ਸਤਿ ਸ੍ਰੀ ਅਕਾਲ। ਤੁਸੀਂ ਦੇਖ ਰਹੇ ਹੋ ਪੰਜਾਬ ਮੇਲ USA TV। ਮੈਂ ਬरुण ਕੌਰ ਮਾਨ। ਖਬਰਾਂ ਦੇ ਬ੍ਰਿਟਿਸ਼ ਤੁਹਾਡਾ ਸਵਾਗਤ। ਪੇਸ਼ ਨੇ ਪਹਿਲਾਂ ਛੋਟੀਆਂ ਖਬਰਾਂ। ਚੰਡੀਗੜ੍ਹ ਤੋਂ ਟੋਰਾਂਟੋ ਤੇ ਵੈਨਕੂਵਰ ਲਈ ਜਲਦ ਸ਼ੁਰੂ ਹੋਵੇਗੀ ਫਲਾਈਟ। ਪੱਛਮੀ ਏਸ਼ੀਆ ਦੀ ਯਾਤਰਾ ਲਈ ਰਵਾਨਾ ਹੋਏ ਅਮਰੀਕੀ ਰਾਸ਼ਟਰਪਤੀ ਜੋ ਬਾਈਡਨ। ਰਾਸ਼ਟਰਪਤੀ ਜੋ ਬਾਈਡਨ ਨੇ ਕੈਂਸਰ ਪੈਨਲ ਦੇ ਮੈਂਬਰਾਂ ਦੀ ਨਿਯੁਕਤੀ ਕੀਤੀ ਅਤੇ ਕੈਂਸਰ ਕੈਬਨਿਟ ਦੇ ਤਰਜੀਹ ਕਾਰਵਾਈਆਂ ਦਾ ਕੀਤਾ ਖੁਲਾਸਾ। ਮਹਿੰਗਾਈ ਨਾਲ ਲੜਨਾ ਮੇਰੀ ਪ੍ਰਮੁੱਖ ਆਰਥਿਕ ਤਰਜੀਹ, ਰਾਸ਼ਟਰਪਤੀ ਜੋ ਬਾਈਡਨ ਦਾ ਬਿਆਨ। ਦਿੱਲੀ ਹਵਾਈ ਅੱਡੇ ਤੋਂ 22 ਲੱਖ ਰੁਪਏ ਦੀਆਂ 45 ਪਿਸਤੌਲਾਂ ਬਰਾਮਦ, ਪਤੀ ਪਤਨੀ ਗ੍ਰਿਫਤਾਰ। ਦੁਬਈ ਤੋਂ ਅੰਮ੍ਰਿਤਸਰ ਪਰਤੇ 50 ਯਾਤਰੀਆਂ ਦਾ ਸਮਾਨ ਗਿਆ ਗਵਾਚ। ਅਮਰੀਕਾ ਵਿੱਚ ਮਹਿੰਗਾਈ ਦਰ 4 ਦਹਾਕਿਆਂ ਤੋਂ ਉੱਚ ਪੱਧਰ ਤੇ। ਅਮਰੀਕਾ ਦੇ ਹਡਸਨ ਨਦੀ 'ਚ ਕਿਸ਼ਤੀ ਪਲਟੀ, 2 ਲੋਕਾਂ ਦੀ ਮੌਤ, 3 ਗੰਭੀਰ ਜ਼ਖਮੀ। ਤੇ ਹੁਣ ਇਹਨਾਂ ਖਬਰਾਂ ਦਾ ਵਿਸਥਾਰ ਤੇ ਕੁਝ ਹੋਰ ਖਬਰਾਂ। ਚੰਡੀਗੜ੍ਹ ਇੰਟਰਨੈਸ਼ਨਲ ਏਅਰਪੋਰਟ ਤੋਂ ਜਲਦ ਕੈਨੇਡਾ ਲਈ 2 ਚਾਰਟਰ ਫਲਾਈਟਾਂ ਸ਼ੁਰੂ ਹੋਣਗੀਆਂ। ਇੱਕ ਨਿੱਜੀ ਕੰਪਨੀ ਨੇ ਕੈਨੇਡਾ ਦੇ 2 ਸ਼ਹਿਰਾਂ ਲਈ ਆਪਣੀ ਚਾਰਟਰ ਫਲਾਈਟ ਸ਼ੁਰੂ ਕਰਨ ਲਈ ਚੰਡੀਗੜ੍ਹ ਕੌਮਾਂਤਰੀ ਹਵਾਈ ਅੱਡੇ ਨਾਲ ਸੰਪਰਕ ਕੀਤਾ ਹੈ। ਅਧਿਕਾਰੀਆਂ ਨੇ ਇਸ ਲਈ ਮਨਜ਼ੂਰੀ ਦੇ ਦਿੱਤੀ ਹੈ। ਇਹ ਕੈਨੇਡਾ ਵਿੱਚ ਰਹਿਣ ਵਾਲੇ ਪੰਜਾਬੀ ਪ੍ਰਵਾਸੀਆਂ ਲਈ ਵੱਡੀ ਖੁਸ਼ਖਬਰੀ ਹੈ। ਕੈਨੇਡਾ ਦੀ ਕੰਪਨੀ ਡਾਵੌਕਸ ਇੰਟਰਨੈਸ਼ਨਲ ਕੈਪੀਟਲ ਕਾਰਪੋਰੇਸ਼ਨ ਨੇ ਚੰਡੀਗੜ੍ਹ ਕੌਮਾਂਤਰੀ ਹਵਾਈ ਅੱਡੇ ਤੋਂ ਟੋਰਾਂਟੋ ਤੋਂ ਵੈਨਕੂਵਰ ਲਈ ਸਿੱਧੀ ਚਾਰਟਰ ਉਡਾਣ ਸ਼ੁਰੂ ਕਰਨ ਦਾ ਪ੍ਰਸਤਾਵ ਦਿੱਤਾ ਹੈ। ਇਸ ਤੋਂ ਪਹਿਲਾਂ ਫਲਾਈਪੌਪ ਏਅਰਲਾਈਨਸ ਨੇ ਅਕਤੂਬਰ ਤੋਂ ਸ਼ਹਿਰ ਤੋਂ ਲੰਡਨ ਲਈ ਸਿੱਧੀਆਂ ਉਡਾਣਾਂ ਸ਼ੁਰੂ ਕਰਨ ਦਾ ਪ੍ਰਸਤਾਵ ਦਿੱਤਾ ਸੀ। ਚੰਡੀਗੜ੍ਹ ਇੰਟਰਨੈਸ਼ਨਲ ਏਅਰਪੋਰਟ ਦੇ ਮੁੱਖ ਕਾਰਜਕਾਰੀ ਅਧਿਕਾਰੀ ਰਾਕੇਸ਼ ਰੰਜਨ ਨੇ ਦੱਸਿਆ ਕਿ ਕੈਨੇਡਾ ਦੀ ਇਸ ਕੰਪਨੀ ਨੇ ਕੈਨੇਡਾ ਦੇ 2 ਸ਼ਹਿਰਾਂ ਲਈ ਚਾਰਟਰ ਉਡਾਣਾਂ ਸ਼ੁਰੂ ਕਰਨ ਲਈ ਸਾਡੇ ਨਾਲ ਸੰਪਰਕ ਕੀਤਾ। ਅਸੀਂ ਉਹਨਾਂ ਨੂੰ ਹਰੀ ਝੰਡੀ ਦੇ ਦਿੱਤੀ ਹੈ ਤੇ ਹੁਣ ਆਖਰੀ ਮਨਜ਼ੂਰੀ ਦਾ ਇੰਤਜ਼ਾਰ ਹੈ। ਸ਼ੁਰੂਆਤ ਵਿੱਚ ਇਹ 200 ਸੀਟਾਂ ਵਾਲੇ ਜਹਾਜ਼ਾਂ ਨਾਲ ਲਗਭਗ 3 ਮਹੀਨੇ ਲਈ ਸੀਜ਼ਨਲ ਫਲਾਈਟਸ ਹੋਣਗੀਆਂ, ਪਰ ਬਾਅਦ ਵਿੱਚ ਯਾਤਰੀਆਂ ਦੀ ਪ੍ਰਤੀਕਿਰਿਆ ਨੂੰ ਦੇਖਦੇ ਹੋਏ ਇਸ ਦੀ ਆਵਾਜਾਈ ਤੇ ਉਡਾਣ ਸਮਰੱਥਾ ਨੂੰ ਵਧਾਇਆ ਜਾ ਸਕਦਾ ਹੈ। ਲੰਡਨ ਲਈ ਸਿੱਧੀ ਉਡਾਣ ਸੰਬੰਧ ਉਹਨਾਂ ਨੇ ਕਿਹਾ ਕਿ ਹੁਣੇ ਜਿਹੇ ਅਧਿਕਾਰੀਆਂ ਨੇ ਬ੍ਰਿਟਿਸ਼ ਉੱਚ ਕਮਿਸ਼ਨ ਨਾਲ ਬੈਠਕ ਕੀਤੀ ਹੈ ਤੇ ਹੀਥਰੋ ਹਵਾਈ ਅੱਡੇ ਜਾਂ ਬਰਮਿੰਘਮ ਹਵਾਈ ਅੱਡੇ ਲਈ ਸਿੱਧੀਆਂ ਉਡਾਣਾਂ ਦੀ ਸੰਭਾਵਨਾ ਤੇ ਚਰਚਾ ਕੀਤੀ ਗਈ। ਦੱਸ ਦੇਈਏ ਕਿ 11 ਸਤੰਬਰ 2015 ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਚੰਡੀਗੜ੍ਹ ਕੌਮਾਂਤਰੀ ਹਵਾਈ ਅੱਡੇ ਦਾ ਉਦਘਾਟਨ ਕੀਤਾ ਸੀ। ਏਅਰਪੋਰਟ ਨੂੰ ਬਣੇ ਹੋਏ 6 ਸਾਲ ਤੋਂ ਵੱਧ ਸਮਾਂ ਹੋ ਗਿਆ, ਪਰ ਇੱਥੋਂ ਅਜੇ ਵੀ ਕੇਵਲ 2 ਹੀ ਕੌਮਾਂਤਰੀ ਉਡਾਣਾਂ ਸੰਚਾਲਿਤ ਹੋ ਰਹੀਆਂ ਨੇ। ਹੁਣ ਏਅਰਪੋਰਟ ਤੋਂ ਕੇਵਲ ਸ਼ਾਰਜਾਹ ਤੇ ਦੁਬਈ ਲਈ ਸਿੱਧੀਆਂ ਫਲਾਈਟਾਂ ਨੇ, ਜੋ ਕਰੋਨਾ ਮਹਾਮਾਰੀ ਦੌਰਾਨ ਕਈ ਵਾਰ ਰੁਕੀਆਂ। ਦੁਬਈ ਦੀ ਉਡਾਣ ਹਫ਼ਤੇ ਵਿੱਚ 7 ਦਿਨ ਸੰਚਾਲਿਤ ਹੁੰਦੀ ਹੈ, ਜਦੋਂ ਕਿ ਸ਼ਾਰਜਾਹ ਦੀ ਉਡਾਣ ਹਫ਼ਤੇ ਵਿੱਚ 2 ਵਾਰ ਸੰਚਾਲਿਤ ਹੁੰਦੀ ਹੈ। ਅਮਰੀਕਾ ਦੇ ਰਾਸ਼ਟਰਪਤੀ ਜੋ ਬਾਈਡਨ ਪੱਛਮੀ ਏਸ਼ੀਆ ਦੇ ਦੌਰੇ ਲਈ ਬੁੱਧਵਾਰ ਨੂੰ ਇਜ਼ਰਾਈਲ ਲਈ ਰਵਾਨਾ ਹੋ ਗਏ। ਬਾਈਡਨ ਤੇ ਇਜ਼ਰਾਈਲ ਦੇ ਪ੍ਰਧਾਨ ਮੰਤਰੀ ਯਾਇਰ ਲੈਪਿਡ ਵੱਲੋਂ ਬੁੱਧਵਾਰ ਨੂੰ ਜਾਰੀ ਕੀਤੇ ਗਏ ਸਾਂਝੇ ਬਿਆਨ ਵਿੱਚ ਕਿਹਾ ਗਿਆ ਕਿ ਤਕਨੀਕ ਨੂੰ ਧਿਆਨ ਵਿੱਚ ਰੱਖਦੇ ਹੋਏ ਦੋਵਾਂ ਦੇਸ਼ਾਂ ਵਿਚਾਲੇ ਰਣਨੀਤਿਕ ਤੌਰ ਤੇ ਮਹੱਤਵਪੂਰਨ ਨਵੀਂ ਗੱਲਬਾਤ ਸ਼ੁਰੂ ਕੀਤੀ ਜਾਏਗੀ। ਬਿਆਨ ਵਿੱਚ ਕਿਹਾ ਗਿਆ ਹੈ ਕਿ ਦੋਵਾਂ ਦੇਸ਼ਾਂ ਵਿਚਾਲੇ ਮਹਾਮਾਰੀ ਅਤੇ ਜਲਵਾਯੂ ਪਰਿਵਰਤਨ ਵਰਗੀਆਂ ਗਲੋਬਲ ਚੁਣੌਤੀਆਂ ਖਿਲਾਫ ਉੱਭਰਦੀ ਟੈਕਨੋਲੋਜੀ ਦੇ ਇਸਤੇਮਾਲ ਤੇ ਚਰਚਾ ਹੋਏਗੀ, ਜਿਸ ਵਿੱਚ ਨਕਲੀ ਬੁੱਧੀ ਅਤੇ ਹੋਰ ਟੈਕਨੋਲੋਜੀਆਂ ਸ਼ਾਮਲ ਨੇ। ਬਾਈਡਨ ਬੁੱਧਵਾਰ ਨੂੰ ਇਜ਼ਰਾਈਲ ਅਤੇ ਉਸਦੇ ਕਬਜ਼ੇ ਵਾਲੇ ਵੈਸਟ ਬੈਂਕ ਦੀ ਯਾਤਰਾ ਵੀ ਕਰਨੀ ਸ਼ੁਰੂ ਕਰ ਦਿੱਤੀ ਹੈ। ਸ਼ੁੱਕਰਵਾਰ ਨੂੰ ਉਹਨਾਂ ਦੇ ਸਾਊਦੀ ਅਰਬ ਜਾਣ ਦਾ ਵੀ ਪ੍ਰੋਗਰਾਮ ਹੈ। ਅਮਰੀਕਾ ਦੇ ਰਾਸ਼ਟਰਪਤੀ ਜੋ ਬਾਈਡਨ ਨੇ ਡਾਕਟਰ ਮਿਸ਼ੇਲ ਵਰਗਰ, ਡਾਕਟਰ ਕੈਰਲ ਬਰਾਊਨ ਅਤੇ ਡਾਕਟਰ ਐਲਿਜ਼ਾਬੈਥ ਜ਼ੈਫੀ ਨੂੰ ਰਾਸ਼ਟਰਪਤੀ ਦੇ ਕੈਂਸਰ ਪੈਨਲ ਵਿੱਚ ਨਿਯੁਕਤ ਕਰਨ ਦੇ ਆਪਣੇ ਇਰਾਦੇ ਦਾ ਐਲਾਨ ਕੀਤਾ। ਇਹ ਤਿੰਨੇ ਵਿਗਿਆਨ, ਖੋਜ ਅਤੇ ਜਨਤਕ ਸਿਹਤ ਕਮਿਊਨਿਟੀਆਂ ਦੇ ਪ੍ਰਮੁੱਖ ਮੈਂਬਰ ਨੇ, ਜੋ ਰਾਸ਼ਟਰਪਤੀ ਦੁਆਰਾ ਕੈਂਸਰ ਦੇ ਬੋਝ ਨੂੰ ਘਟਾਉਣ ਵਿੱਚ ਰੁਕਾਵਟਾਂ ਅਤੇ ਤਰੱਕੀ ਦੇ ਮੌਕਿਆਂ ਬਾਰੇ ਸਲਾਹ ਦੇਣ ਲਈ ਨਿਯੁਕਤ ਕੀਤੇ ਗਏ। ਇਸ ਤੋਂ ਇਲਾਵਾ ਫਰਸਟ ਲੇਡੀ ਜਿਲ ਬਾਈਡਨ, ਕੈਬਨਿਟ ਮੈਂਬਰ ਅਤੇ ਬਾਈਡਨ ਹੈਰਿਸ ਪ੍ਰਸ਼ਾਸਨ ਦੀ ਲੀਡਰਸ਼ਿਪ ਕੈਂਸਰ ਕੈਬਨਿਟ ਦੀ ਮੀਟਿੰਗ ਕਰ ਰਹੀ ਹੈ ਤਾਂ ਜੋ ਤਰਜੀਹ ਕਾਰਵਾਈਆਂ ਅਤੇ ਨਵੇਂ ਮੈਂਬਰਾਂ ਦਾ ਪਰਦਾਫਾਸ਼ ਕੀਤਾ ਜਾ ਸਕੇ, ਉਹਨਾਂ ਬਾਰੇ ਦੱਸਿਆ ਜਾ ਸਕੇ। ਜਿਵੇਂ ਕਿ ਅਸੀਂ ਜਾਣਦੇ ਹਾਂ ਕਿ ਕੈਂਸਰ ਨੂੰ ਖਤਮ ਕਰਨ ਲਈ ਰਾਸ਼ਟਰਪਤੀ ਦੇ ਦ੍ਰਿਸ਼ਟੀਕੋਣ ਨੂੰ ਅੱਗੇ ਵਧਾਉਣਾ ਜ਼ਰੂਰੀ ਹੈ। ਕੈਂਸਰ ਕੈਬਨਿਟ ਦੀ ਪਿਛਲੀ ਮੀਟਿੰਗ ਤੋਂ ਲੈ ਕੇ ਬਾਈਡਨ ਹੈਰਿਸ ਪ੍ਰਸ਼ਾਸਨ ਦੁਆਰਾ ਕੈਂਸਰ ਦੇ ਨਿਦਾਨ ਦਾ ਸਾਹਮਣਾ ਕਰ ਰਹੇ ਲੱਖਾਂ ਅਮਰੀਕੀਆਂ ਲਈ ਪ੍ਰਗਤੀ ਨੂੰ ਦਰਸਾਉਣ ਵਾਲੇ ਵਾਧੂ ਕਦਮਾਂ ਦੀ ਘੋਸ਼ਣਾ ਕੀਤੀ ਗਈ ਹੈ, ਜਿਸ ਵਿੱਚ ਸ਼ਾਮਲ ਨੇ ਰੋਗ ਨਿਯੰਤਰਣ ਅਤੇ ਰੋਕਥਾਮ ਕੇਂਦਰ ਯਾਨੀ ਕਿ CDC ਦੁਆਰਾ $200 ਮਿਲੀਅਨ ਤੋਂ ਵੱਧ ਦੀਆਂ ਗ੍ਰਾਂਟਾਂ ਜਾਰੀ ਕੀਤੀਆਂ ਗਈਆਂ ਨੇ। ਹਰ ਰਾਜ, US ਪ੍ਰਦੇਸ਼ਾਂ ਅਤੇ ਕਬਾਇਲੀ ਸੰਸਥਾਵਾਂ ਤੱਕ ਪਹੁੰਚਣ ਵਾਲੇ ਕੈਂਸਰ ਸਕਰੀਨਿੰਗ ਪ੍ਰੋਗਰਾਮਾਂ ਦੁਆਰਾ ਰਾਸ਼ਟਰਪਤੀ ਕੈਂਸਰ ਦੀ ਰੋਕਥਾਮ ਅਤੇ ਨਿਯੰਤਰਣ ਨੂੰ ਅੱਗੇ ਵਧਾਉਣਾ। ਸੈਂਟਰ ਫਾਰ ਮੈਡੀਕੇਡ ਐਂਡ ਮੈਡੀਕੇਅਰ ਸਰਵਿਸਿਜ਼ ਮਰੀਜ਼ ਕੇਂਦਰਿਤ ਦੇਖਭਾਲ ਪ੍ਰਦਾਨ ਕਰਨ ਲਈ ਇੱਕ ਨਵਾਂ ਮਾਡਲ ਸ਼ੁਰੂ ਕਰ ਰਿਹਾ, ਜੋ ਨਤੀਜਿਆਂ ਵਿੱਚ ਸੁਧਾਰ ਕਰਦਾ ਹੈ ਤੇ ਕੈਂਸਰ ਦੇਖਭਾਲ ਦੀ ਲਾਗਤ ਨੂੰ ਘਟਾਉਂਦਾ ਹੈ।
US ਪੈਟੈਂਟ ਅਤੇ ਟ੍ਰੇਡਮਾਰਕ ਆਫਿਸ ਕੈਂਸਰ ਇਮਿਊਨੋਥੈਰੇਪੀ ਐਪਲੀਕੇਸ਼ਨਾਂ ਨੂੰ ਫਾਸਟ ਟਰੈਕ ਕਰਨ ਲਈ ਇੱਕ ਪ੍ਰੋਗਰਾਮ ਦੇ ਵਿਸਥਾਰ ਦੀ ਘੋਸ਼ਣਾ ਕਰਦਾ ਹੈ। ਫੂਡ ਐਂਡ ਡਰੱਗ ਐਡਮਿਨਿਸਟ੍ਰੇਸ਼ਨ ਕੈਂਸਰ ਦੀ ਰੋਕਥਾਮ ਦੇ ਯਤਨਾਂ ਦੇ ਹਿੱਸੇ ਵਜੋਂ ਸੰਯੁਕਤ ਰਾਜ ਵਿੱਚ ਤੰਬਾਕੂ ਨਾਲ ਸੰਬੰਧਿਤ ਰੋਗ ਅਤੇ ਮੌਤ ਦਰ ਨੂੰ ਮਹੱਤਵਪੂਰਨ ਤੌਰ ਤੇ ਘਟਾਉਣ ਲਈ ਕਦਮ ਚੁੱਕ ਰਿਹਾ ਤੇ 50 ਸਾਲਾਂ ਵਿੱਚ ਪਹਿਲੀ ਵਾਰ ਵਾਈਟ ਹਾਊਸ ਇਸ ਬਾਰੇ ਕਾਨਫਰੰਸ ਦੀ ਮੇਜ਼ਬਾਨੀ ਕਰੇਗਾ। ਭੁੱਖ, ਪੋਸ਼ਣ ਅਤੇ ਸਿਹਤ ਅਤੇ ਇਸ ਸਤੰਬਰ ਵਿੱਚ ਭੁੱਖ ਨੂੰ ਖਤਮ ਕਰਨ ਅਤੇ ਖੁਰਾਕ ਰਿਲੀਜ਼ ਬਿਮਾਰੀ ਨੂੰ ਘਟਾਉਣ ਲਈ ਇੱਕ ਰਾਸ਼ਟਰੀ ਪੂਰੀ ਸਰਕਾਰ ਰਣਨੀਤੀ ਜਾਰੀ ਕਰੇਗੀ। ਅਮਰੀਕਾ ਦੇ ਰਾਸ਼ਟਰਪਤੀ ਜੋ ਬਾਈਡਨ ਨੇ ਆਪਣੇ ਫੇਸਬੁੱਕ ਪੇਜ ਤੇ ਪੋਸਟ ਸਾਂਝੀ ਕੀਤੀ ਹੈ। ਉਹਨਾਂ ਨੇ ਕਿਹਾ ਹੈ ਕਿ ਮਹਿੰਗਾਈ ਨਾਲ ਲੜਨਾ ਮੇਰੀ ਪ੍ਰਮੁੱਖ ਆਰਥਿਕ ਤਰਜੀਹ ਹੈ ਅਤੇ ਜਦੋਂ ਕਿ ਅੱਜ ਦੇ ਨੰਬਰ ਸਵੀਕਾਰਯੋਗ ਨਹੀਂ ਨੇ, ਉਹ ਵੀ ਪੁਰਾਣੇ ਨੇ। ਪਿਛਲੇ 30 ਦਿਨਾਂ ਵਿੱਚ ਗੈਸ ਦੀ ਔਸਤ ਕੀਮਤ ਵਿੱਚ 40 ਸੈਂਟ ਪ੍ਰਤੀ ਗੈਲਨ ਦੀ ਗਿਰਾਵਟ ਆਈ ਹੈ। ਇਹ ਅਮਰੀਕੀ ਪਰਿਵਾਰਾਂ ਲਈ ਸਾਹ ਲੈਣ ਵਾਲਾ ਹਾਲ ਹੈ। ਪਰ ਤੇਲ ਦੀਆਂ ਕੀਮਤਾਂ $20 ਪ੍ਰਤੀ ਬੈਰਲ ਹੇਠਾਂ ਆ ਗਈਆਂ ਨੇ, ਜਦੋਂ ਕਿ ਪੰਪ ਤੇ ਗੈਸ ਕੇਵਲ 40 ਸੈਂਟ ਹੇਠਾਂ ਆਈ ਹੈ। ਤੇਲ ਅਤੇ ਗੈਸ ਕੰਪਨੀਆਂ ਨੇ ਇਹ ਘੱਟ ਲਾਗਤਾਂ ਖਪਤਕਾਰਾਂ ਤੱਕ ਪਹੁੰਚਾਉਣੀਆਂ ਚਾਹੀਦੀਆਂ ਨੇ। ਅੰਤ ਵਿੱਚ ਸਾਲਾਨਾ ਕੌਰ ਮਹਿੰਗਾਈ ਲਗਾਤਾਰ ਤੀਜੇ ਮਹੀਨੇ ਹੇਠਾਂ ਹੈ। ਮਹਿੰਗਾਈ ਨੂੰ ਹੋਰ ਘੱਟ ਕਰਨ ਲਈ ਸਾਡੇ ਦੁਆਰਾ ਹਾਸਲ ਕੀਤੇ ਗਏ ਆਰਥਿਕ ਲਾਭਾਂ ਨੂੰ ਛੱਡੇ ਬਿਨਾਂ ਕਾਂਗਰਸ ਨੂੰ ਹੁਣ ਕੰਮ ਕਰਨਾ ਚਾਹੀਦਾ ਹੈ। ਉਹਨਾਂ ਨੂੰ ਕੰਮ ਕਰਨ ਵਾਲੇ ਪਰਿਵਾਰਾਂ ਲਈ ਰੋਜ਼ਾਨਾ ਦੇ ਖਰਚੇ ਨੂੰ ਘਟਾਉਣ ਲਈ ਕੰਮ ਕਰਨਾ ਚਾਹੀਦਾ ਹੈ। ਦਿੱਲੀ ਦੇ ਇੰਦਰਾ ਗਾਂਧੀ ਕੌਮਾਂਤਰੀ ਹਵਾਈ ਅੱਡੇ ਤੇ ਕਸਟਮ ਅਧਿਕਾਰੀਆਂ ਨੇ ਅਸਲਾ ਤਸਕਰੀ ਦਾ ਪਰਦਾਫਾਸ਼ ਕਰਦੇ ਹੋਏ 45 ਪਿਸਤੌਲ ਬਰਾਮਦ ਕੀਤੇ ਨੇ। ਇਸ ਦੇ ਨਾਲ ਹੀ 2 ਭਾਰਤੀਆਂ ਨੂੰ ਗ੍ਰਿਫਤਾਰ ਵੀ ਕੀਤਾ ਹੈ, ਜਿਨ੍ਹਾਂ ਦੀ ਪਛਾਣ ਜਗਜੀਤ ਸਿੰਘ ਤੇ ਜਸਵਿੰਦਰ ਕੌਰ ਵਜੋਂ ਹੋਈ ਹੈ। ਜੋ ਪਤੀ ਪਤਨੀ ਨੇ ਇਹ ਪਿਸਤੌਲਾਂ ਅਸਲੀ ਹਨ ਜਾਂ ਨਹੀਂ, ਇਸ ਦੀ ਜਾਂਚ ਜਾਰੀ ਹੈ। ਜਾਂਚ ਕਰ ਰਹੀ ਰਾਸ਼ਟਰੀ ਸੁਰੱਖਿਆ ਗਾਰਡ ਨੇ ਆਪਣੀ ਰਿਪੋਰਟ ਵਿੱਚ ਕਿਹਾ ਕਿ ਉਹਨਾਂ ਨੂੰ ਇਹ ਪਿਸਤੌਲਾਂ ਪੂਰੀ ਤਰ੍ਹਾਂ ਅਸਲੀ ਲੱਗ ਰਹੀਆਂ ਨੇ। ਇਹ ਜੋੜਾ 10 ਜੁਲਾਈ ਤੋਂ ਵੀਅਤਨਾਮ ਤੋਂ ਭਾਰਤ ਪਰਤਿਆ। ਅਧਿਕਾਰੀਆਂ ਨੇ ਜਗਜੀਤ ਸਿੰਘ ਨੂੰ 2 ਟਰਾਲੀ ਬੈਗਾਂ 'ਚ ਪਿਸਤੌਲਾਂ ਨਾਲ ਫੜਿਆ, ਜੋ ਉਸ ਨੂੰ ਉਸਦੇ ਭਰਾ ਮਨਜੀਤ ਸਿੰਘ ਨੇ ਦਿੱਤੇ ਸੀ। ਮਨਜੀਤ ਸਿੰਘ ਨੂੰ ਹਥਿਆਰਾਂ ਨਾਲ ਭਰੇ ਬੈਗ ਪੈਰਿਸ ਤੇ ਫਰਾਂਸ ਦਾ ਦੌਰਾ ਕਰਨ ਵਾਲੇ ਜਗਜੀਤ ਸਿੰਘ ਨੇ ਵੀਅਤਨਾਮ 'ਚ ਦਿੱਤੇ ਸਨ। ਬਰਾਮਦ ਪਿਸਤੌਲਾਂ ਦੀ ਕੁੱਲ ਕੀਮਤ 22,50,000 ਰੁਪਏ ਮਿੱਥੀ ਗਈ ਹੈ। ਜੋੜੇ ਨੇ ਮੰਨਿਆ ਕਿ ਇਸ ਤੋਂ ਪਹਿਲਾਂ ਉਹ ਤੁਰਕੀ ਤੋਂ 25 ਪਿਸਤੌਲਾਂ ਭਾਰਤ ਲਿਆਏ ਸਨ। ਇਸ ਮਾਮਲੇ ਦੀ ਜਾਂਚ ਚੱਲ ਰਹੀ ਹੈ। ਦੁਬਈ ਤੋਂ ਅੰਮ੍ਰਿਤਸਰ ਆਈ ਸਪਾਈਸ ਜੈਟ ਦੀ ਫਲਾਈਟ ਵੀਰਵਾਰ ਸਵੇਰੇ 2 ਵਜੇ ਘੰਟੇ ਦੇਰੀ ਨਾਲ ਪਹੁੰਚੀ, ਜਿਸ ਤੋਂ ਬਾਅਦ ਯਾਤਰੀਆਂ ਨੂੰ ਸਮਾਨ ਲਈ ਸੰਘਰਸ਼ ਕਰਨਾ ਪਿਆ। ਕਰੀਬ 50 ਯਾਤਰੀਆਂ ਦਾ ਸਮਾਨ ਗਾਇਬ ਪਾਇਆ ਗਿਆ। ਇਸ ਤੋਂ ਬਾਅਦ ਸਵੇਰੇ ਏਅਰਪੋਰਟ ਤੇ ਯਾਤਰੀਆਂ ਨੇ ਹੰਗਾਮਾ ਸ਼ੁਰੂ ਕਰ ਦਿੱਤਾ। ਫਿਲਹਾਲ ਯਾਤਰੀਆਂ ਨੂੰ ਆਪਣਾ ਸਮਾਨ ਇਕੱਠਾ ਕਰਨਾ ਕਾਫੀ ਮੁਸ਼ਕਿਲ ਦਾ ਸਾਹਮਣਾ ਕਰਨਾ ਪੈ ਰਿਹਾ। ਦੁਬਈ ਤੋਂ ਅੰਮ੍ਰਿਤਸਰ ਲਈ ਸਪਾਈਸ ਜੈਟ ਦੀ ਫਲਾਈਟ ਨੇ ਦੇਰੀ ਨਾਲ ਉਡਾਣ ਭਰੀ। ਇਹ ਫਲਾਈਟ ਦੁਬਈ ਦੇ ਸਮੇਂ ਮੁਤਾਬਕ ਰੋਜ਼ਾਨਾ 10 ਵਜੇ 45 ਮਿੰਟ ਤੇ ਉਡਾਣ ਭਰਦੀ ਹੈ, ਪਰ ਬੁੱਧਵਾਰ ਰਾਤ ਨੂੰ ਇਹ ਫਲਾਈਟ 12:41 ਮਿੰਟ ਤੇ ਉਡਾਣ ਭਰੀ, ਜਿਸ ਕਾਰਨ ਇਹ ਉਡਾਣ ਵੀ 2 ਘੰਟੇ ਦੀ ਦੇਰੀ ਨਾਲ ਸ਼੍ਰੀ ਗੁਰੂ ਰਾਮਦਾਸ ਜੀ ਅੰਤਰਰਾਸ਼ਟਰੀ ਹਵਾਈ ਅੱਡੇ ਤੇ ਸਵੇਰੇ 3:20 ਦੀ ਬਜਾਏ 5:07 ਤੇ ਲੈਂਡ ਹੋਈ। ਇੰਧਨ, ਖਾਣ ਪੀਣ ਦਾ ਸਮਾਨ ਅਤੇ ਘਰਾਂ ਦਾ ਕਿਰਾਇਆ ਵਧਣ ਨਾਲ ਜੂਨ ਦੇ ਮਹੀਨੇ ਵਿੱਚ ਅਮਰੀਕਾ ਦੀ ਮਹਿੰਗਾਈ ਵੱਧ ਕੇ 4 ਦਹਾਕਿਆਂ ਦੇ ਉੱਚ ਪੱਧਰ ਤੇ ਪਹੁੰਚ ਗਈ ਹੈ। ਸਰਕਾਰ ਵੱਲੋਂ ਬੁੱਧਵਾਰ ਨੂੰ ਜਾਰੀ ਅੰਕੜਿਆਂ ਮੁਤਾਬਕ ਜੂਨ 2022 ਵਿੱਚ ਉਪਭੋਗਤਾ ਮੁੱਲ ਸੂਚਕ ਅੰਕ ਤੇ ਆਧਾਰਿਤ ਮਹਿੰਗਾਈ 1 ਸਾਲ ਪਹਿਲਾਂ ਦੀ ਤੁਲਨਾ ਵਿੱਚ 9.1% ਵਧੀ ਹੈ। ਇਹ ਸਾਲ 1981 ਤੋਂ ਬਾਅਦ ਦੀ ਸਭ ਤੋਂ ਵੱਧ ਮਹਿੰਗਾਈ ਵਾਧਾ ਹੈ। ਇਸ ਤੋਂ ਪਹਿਲਾਂ ਮਈ ਮਹੀਨੇ ਵਿੱਚ ਸਾਲਾਨਾ ਦੇ ਆਧਾਰ ਤੇ ਮਹਿੰਗਾਈ 8.6% ਵਧੀ ਸੀ। ਮਈ ਦੀ ਤੁਲਨਾ ਵਿੱਚ ਜੂਨ ਵਿੱਚ ਮਹੀਨਾਵਾਰ ਆਧਾਰ ਤੇ ਮਹਿੰਗਾਈ 1.3% ਵਧੀ ਹੈ। ਇਸ ਤੋਂ ਪਹਿਲਾਂ ਮਈ ਵਿੱਚ ਮਹਿੰਗਾਈ ਅਪ੍ਰੈਲ ਦੀ ਤੁਲਨਾ 'ਚ 1% ਵਧੀ ਹੈ। ਅਮਰੀਕਾ 'ਚ ਪਿਛਲੇ ਕੁਝ ਮਹੀਨਿਆਂ ਤੋਂ ਮਹਿੰਗਾਈ ਲਗਾਤਾਰ ਵਧ ਰਹੀ ਹੈ। ਜ਼ਰੂਰੀ ਚੀਜ਼ਾਂ ਦੀਆਂ ਕੀਮਤਾਂ ਵਧਣ ਨਾਲ ਪਰਿਵਾਰਾਂ ਦਾ ਰਹਿਣ ਦਾ ਖਰਚਾ ਵਧ ਗਿਆ। ਖਾਸ ਤੌਰ ਤੇ ਘੱਟ ਆਮਦਨ ਅਤੇ ਗੈਰ ਗੋਰੇ ਸਮੂਹ ਤੇ ਇਸ ਦੀ ਮਾਰ ਜ਼ਿਆਦਾ ਦੇਖੀ ਜਾ ਰਹੀ ਹੈ। ਵੱਧਦੀ ਮਹਿੰਗਾਈ ਤੇ ਕਾਬੂ ਪਾਉਣ ਲਈ ਅਮਰੀਕੀ ਕੇਂਦਰੀ ਬੈਂਕ ਫੈਡਰਲ ਰਿਜ਼ਰਵ ਨੂੰ ਵੀ ਹਰਕਤ 'ਚ ਆਉਣਾ ਪਿਆ। ਪਿਛਲੇ ਮਹੀਨੇ ਫੈਡਰਲ ਰਿਜ਼ਰਵ ਨੇ ਨੀਤੀਗਤ ਦਰ ਵਿੱਚ ਵਾਧਾ ਕੀਤਾ ਤੇ ਨਵੇਂ ਅੰਕੜੇ ਸਾਹਮਣੇ ਆਉਣ ਤੋਂ ਬਾਅਦ ਇੱਕ ਹੋਰ ਵਾਧੇ ਦਾ ਖਦਸ਼ਾ ਜਤਾਇਆ ਜਾਣ ਲੱਗਿਆ। ਫੈਡਰਲ ਰਿਜ਼ਰਵ ਦੇ ਗਵਰਨਰ ਜ਼ੋਰੇਮ ਪਾਵੇਲ ਪਹਿਲਾਂ ਕਹਿ ਚੁੱਕੇ ਨੇ ਕਿ ਵਿਆਜ ਦਰਾਂ ਵਿੱਚ ਵਾਧੇ ਨਾਲ ਪਿੱਛੇ ਹਟਣ ਦਾ ਫੈਸਲਾ ਉਸ ਸਮੇਂ ਲਿਆ ਜਾਏਗਾ ਜਦ ਮਹਿੰਗਾਈ ਵਿੱਚ ਗਿਰਾਵਟ ਆਉਣ ਦੇ ਠੋਸ ਸਬੂਤ ਨਜ਼ਰ ਆਉਣ ਲੱਗਣਗੇ। ਕਈ ਮਹੀਨਿਆਂ ਤੱਕ ਮਹਿੰਗਾਈ ਦੇ ਅੰਕੜਿਆਂ 'ਚ ਗਿਰਾਵਟ ਆਉਣ ਨੂੰ ਠੋਸ ਸਬੂਤ ਮੰਨਿਆ ਜਾਏਗਾ। ਬੀਤੇ ਦਿਨ ਮੰਗਲਵਾਰ ਦੀ ਦੁਪਹਿਰ ਨੂੰ ਇੱਕ ਪਰਿਵਾਰ ਅਤੇ ਉਹਨਾਂ ਦੇ ਦੋਸਤਾਂ ਦੁਆਰਾ ਚਾਰਟਰ ਕੀਤੀ ਗਈ ਇੱਕ ਜੈਟ ਕਿਸ਼ਤੀ
ਇੰਟਰ ਰੈਪਿਡ ਮਿਊਜ਼ੀਅਮ ਨੇੜੇ ਹਡਸਨ ਨਦੀ ਵਿੱਚ ਪਲਟ ਗਈ। ਇਸ ਕਿਸ਼ਤੀ ਵਿੱਚ ਦਰਜਨ ਭਰ ਦੇ ਕਰੀਬ ਲੋਕ ਸਵਾਰ ਸਨ। ਪੁਲਿਸ ਨੇ ਦੱਸਿਆ ਕਿ ਕਿਸ਼ਤੀ ਪਲਟਣ ਕਾਰਨ 2 ਲੋਕਾਂ ਦੀ ਮੌਤ ਹੋ ਗਈ ਅਤੇ 3 ਲੋਕ ਗੰਭੀਰ ਰੂਪ ਨਾਲ ਜ਼ਖਮੀ ਹੋ ਗਏ। ਅਧਿਕਾਰੀਆਂ ਮੁਤਾਬਕ ਮੰਗਲਵਾਰ ਦੁਪਹਿਰ ਨੂੰ ਮੈਨਹਾਟਨ ਦੇ ਵੈਸਟ ਸਾਈਡ ਤੇ ਹਡਸਨ ਨਦੀ ਵਿੱਚ ਇੱਕ ਚਾਰਟਰ ਕਿਸ਼ਤੀ ਪਲਟ ਗਈ। ਇਸ ਨਾਲ ਦਰਜਨ ਭਰ ਲੋਕ ਪਾਣੀ ਵਿੱਚ ਡੁੱਬ ਗਏ। ਜਿਨ੍ਹਾਂ ਡੁੱਬਦੇ ਹੋਏ ਲੋਕਾਂ ਨੂੰ ਕੱਢਿਆ ਗਿਆ, ਉਹਨਾਂ ਵਿੱਚ 2 ਲੋਕਾਂ ਦੀ ਮੌਤ ਹੋ ਚੁੱਕੀ ਹੈ। 2 ਨਿਊਯਾਰਕ ਵਾਟਰਵੇ ਫੈਰੀਆਂ ਜਿਨ੍ਹਾਂ ਵਿੱਚ ਗਾਰਡਨ ਸਟੇਟ ਅਤੇ ਜੌਨ ਸਟੀਵਨਸ ਨੇ ਦੁਪਹਿਰ 3 ਵਜੇ ਦੇ ਕਰੀਬ ਕਿਸ਼ਤੀ ਵਿੱਚ ਡੁੱਬਦੇ ਹੋਏ 9 ਲੋਕਾਂ ਨੂੰ ਬਚਾਇਆ, ਪਰੰਤੂ 2 ਲੋਕ ਮਾਰੇ ਗਏ। ਅਧਿਕਾਰੀਆਂ ਨੇ ਦੱਸਿਆ ਕਿ ਨਿਊਯਾਰਕ ਪੁਲਿਸ ਡਿਪਾਰਟਮੈਂਟ, ਫਾਇਰ ਅਧਿਕਾਰੀ ਅਤੇ US ਕੋਸਟ ਗਾਰਡ ਦੇ ਅਮਲੇ ਅਤੇ ਗੋਤਾਖੋਰਾਂ ਸਮੇਤ ਪਲਟੀ ਗਈ ਜੈਟ ਕਿਸ਼ਤੀ ਦੇ ਬਚਾਅ ਲਈ ਮੌਕੇ ਤੇ ਪਹੁੰਚ ਕੇ ਬਾਕੀ ਲੋਕਾਂ ਨੂੰ ਨਦੀ ਵਿੱਚੋਂ ਸੁਰੱਖਿਅਤ ਬਾਹਰ ਕੱਢਿਆ। ਡੁੱਬੀ ਹੋਈ ਕਿਸ਼ਤੀ ਦੇ ਹੇਠਾਂ ਵਿੱਚ ਜਿਨ੍ਹਾਂ 'ਚ 50 ਸਾਲਾ ਔਰਤ ਅਤੇ 7 ਸਾਲਾ ਲੜਕਾ ਫਸ ਗਏ। ਪੁਲਿਸ ਕਮਿਸ਼ਨਰ ਕੀ ਚੰਤ ਨੇ ਇੱਕ ਪ੍ਰੈਸ ਕਾਨਫਰੰਸ ਵਿੱਚ ਦੱਸਿਆ ਕਿ ਗੋਤਾਖੋਰਾਂ ਨੇ ਉਹਨਾਂ ਨੂੰ ਪਾਣੀ ਵਿੱਚੋਂ ਕੱਢਿਆ ਤੇ ਉਹਨਾਂ ਦੀ ਜਾਨ ਬਚਾਈ। ਕਿਸ਼ਤੀ ਦੇ ਕਪਤਾਨ ਸਮੇਤ ਘੱਟੋ-ਘੱਟ 3 ਲੋਕਾਂ ਦੀ ਹਾਲਤ ਗੰਭੀਰ ਬਣੀ ਹੋਈ ਹੈ। ਨਿਊਯਾਰਕ ਦੇ ਮੇਅਰ ਐਰਿਕ ਕੈਮਸ ਨੇ ਨਿਊਜ਼ ਕਾਨਫਰੰਸ ਵਿੱਚ ਕਿਹਾ, ਸਾਡਾ ਦਿਲ ਲੋਕਾਂ ਦੇ ਇੱਕ ਸਮੂਹ ਵੱਲ ਜਾਂਦਾ ਹੈ ਜੋ ਸਾਡੇ ਸ਼ਹਿਰ ਵਿੱਚ ਪਾਣੀ ਦੀ ਵਰਤੋਂ ਕਰ ਰਹੇ ਸਨ। ਇਹ ਉਹਨਾਂ ਲਈ ਅਤੇ ਉਹਨਾਂ ਲਈ ਇੱਕ ਵਿਨਾਸ਼ਕਾਰੀ ਪਲ ਹੈ ਜੋ ਉੱਥੇ ਮੌਜੂਦ ਪਰਿਵਾਰਾਂ ਦਾ ਹਿੱਸਾ ਸਨ। ਕੋਲੰਬੋ ਵਿੱਚ ਅਮਰੀਕੀ ਦੂਤਘਰ ਨੇ ਬੁੱਧਵਾਰ ਨੂੰ ਸ੍ਰੀਲੰਕਾ ਵਿੱਚ ਡੂੰਘੇ ਸਿਆਸੀ ਅਤੇ ਆਰਥਿਕ ਸੰਕਟ ਦੇ ਵਿਚਕਾਰ ਸਾਵਧਾਨੀ ਦੇ ਉਪਾਅ ਵਜੋਂ ਅਗਲੇ 2 ਦਿਨਾਂ ਲਈ ਆਪਣੇ ਕੌਂਸਲਰ ਸੇਵਾਵਾਂ ਨੂੰ ਮੁਅੱਤਲ ਕਰ ਦਿੱਤਾ। ਦੂਤਘਰ ਨੇ ਟਵੀਟ ਕੀਤਾ ਕਿ ਸਾਵਧਾਨੀ ਵਜੋਂ ਦੂਤਘਰ ਸਾਡੀਆਂ ਬੁੱਧਵਾਰ ਦੁਪਹਿਰ ਦੀਆਂ ਸੇਵਾਵਾਂ ਦੇ ਨਾਲ-ਨਾਲ ਸਾਰੀਆਂ ਕੌਂਸਲਰ ਸੇਵਾਵਾਂ ਨੂੰ ਵੀਰਵਾਰ ਤੱਕ ਰੱਦ ਕਰ ਰਿਹਾ। ਉਹਨਾਂ ਨੇ ਕਿਹਾ ਕਿ ਅਸੀਂ ਅਸੁਵਿਧਾ ਲਈ ਮਾਫੀ ਮੰਗਣਾ ਚਾਹੁੰਦੇ ਹਾਂ ਅਤੇ ਸਾਰੇ ਰੱਦ ਕੀਤੇ ਗਏ ਕੰਮ ਨੂੰ ਮੁੜ ਤੈਅ ਕਰਾਂਗੇ। ਗੌਰਤਲਬ ਹੈ ਕਿ ਸ੍ਰੀਲੰਕਾ ਦੇ ਰਾਸ਼ਟਰਪਤੀ ਗੋਟਾਬਾਇਆ ਦੇਸ਼ ਦੀ ਅਰਥ ਵਿਵਸਥਾ ਨੂੰ ਨਾ ਸੰਭਾਲਣ ਨੂੰ ਲੈ ਕੇ ਆਪਣੇ ਅਤੇ ਆਪਣੇ ਪਰਿਵਾਰ ਖਿਲਾਫ ਵੱਧ ਰਹੇ ਜਨਤਕ ਰੋਸ ਦਰਮਿਆਨ ਬੁੱਧਵਾਰ ਨੂੰ ਹਵਾਈ ਜਹਾਜ਼ ਰਾਹੀਂ ਦੇਸ਼ ਛੱਡ ਕੇ ਮਾਲਦੀਵ ਚਲੇ ਗਏ। ਇਸ ਤੋਂ ਬਾਅਦ ਸਰਕਾਰ ਨੇ ਦੇਸ਼ ਵਿੱਚ ਐਮਰਜੈਂਸੀ ਦਾ ਐਲਾਨ ਕਰ ਦਿੱਤਾ। ਬੁੱਧਵਾਰ ਨੂੰ ਮੀਡੀਆ ਰਿਪੋਰਟਾਂ ਵਿੱਚ ਕਿਹਾ ਗਿਆ ਕਿ ਸਰਕਾਰ ਵਿਰੋਧੀ ਪ੍ਰਦਰਸ਼ਨਕਾਰੀ ਪ੍ਰਧਾਨ ਮੰਤਰੀ ਰੌਨਲ ਦੇ ਖਿਲਾਫ ਯੋਜਨਾ ਬਣਾ ਰਹੇ ਸਨ। ਅਮਰੀਕਾ ਵਿੱਚ ਲਗਭਗ 550 ਮਹਿਲਾ ਯਾਤਰੀਆਂ ਨੇ ਰਾਈਡ ਹੇਲਿੰਗ ਪਲੇਟਫਾਰਮ ਉਬੇਰ ਤੇ ਮੁਕੱਦਮਾ ਦਾਇਰ ਕੀਤਾ ਹੈ, ਜਿਸ ਵਿੱਚ ਦੋਸ਼ ਲਗਾਇਆ ਗਿਆ ਹੈ ਕਿ ਉਹਨਾਂ ਦੇ ਡਰਾਈਵਰ ਦੁਆਰਾ ਉਹਨਾਂ ਤੇ ਹਮਲਾ ਕੀਤਾ ਗਿਆ, ਜਿਸ ਵਿੱਚ ਅਗਵਾ, ਬਲਾਤਕਾਰ ਅਤੇ ਸਰੀਰਕ ਹਮਲੇ ਸ਼ਾਮਲ ਸਨ। ਸਾਨ ਫਰਾਂਸਿਸਕੋ ਕਾਉਂਟੀ ਸੁਪੀਰੀਅਰ ਕੋਰਟ ਵਿੱਚ ਦਾਇਰ ਸ਼ਿਕਾਇਤ ਵਿੱਚ ਹਰਜ਼ਾਨੇ ਅਤੇ ਜਿਊਰੀ ਮੁਕੱਦਮੇ ਦੀ ਮੰਗ ਕੀਤੀ ਗਈ ਹੈ। ਟੈਕ ਕ੍ਰੰਚ ਨੇ ਬੁੱਧਵਾਰ ਨੂੰ ਦੇਰ ਰਾਤ ਨੂੰ ਰਿਪੋਰਟ ਕੀਤੀ ਹੈ ਕਿ ਔਰਤਾਂ ਨੇ ਆਪਣੀ ਸ਼ਿਕਾਇਤ ਵਿੱਚ ਕਿਹਾ ਕਿ ਉਬੇਰ ਡਰਾਈਵਰਾਂ ਦੁਆਰਾ ਉਹਨਾਂ ਨੂੰ ਅਗਵਾ ਕੀਤਾ ਗਿਆ, ਜਿਨਸੀ ਸ਼ੋਸ਼ਣ ਕੀਤਾ ਗਿਆ, ਜਿਨਸੀ ਤੌਰ ਤੇ ਕੁੱਟਿਆ ਗਿਆ, ਬਲਾਤਕਾਰ ਕੀਤਾ ਗਿਆ, ਝੂਠੇ ਕੈਦ ਵਿੱਚ ਰੱਖਿਆ ਗਿਆ, ਪਿੱਛਾ ਕੀਤਾ ਗਿਆ, ਪਰੇਸ਼ਾਨ ਕੀਤਾ ਗਿਆ ਤੇ ਕਿਸੇ ਹੋਰ ਨਾਲ ਹਮਲਾ ਵੀ ਕੀਤਾ ਗਿਆ। ਔਰਤਾਂ ਦੀ ਨੁਮਾਇੰਦਗੀ ਕਰ ਰਹੇ ਸਲੈਟਰ ਨੇ ਕਿਹਾ ਹੈ ਕਿ ਪਾਰਟਨਰ ਐਡਮ ਸਲੈਟਰ ਨੇ ਉਬੇਰ ਦਾ ਪੂਰਾ ਕਾਰੋਬਾਰੀ ਮਾਡਲ ਲੋਕਾਂ ਨੂੰ ਸੁਰੱਖਿਅਤ ਰਾਈਡ ਹੋਮ ਦੇਣ ਤੇ ਪੂਰਵ ਅਨੁਮਾਨਿਤ ਹੈ, ਪਰ ਸਵਾਰੀ ਦੀ ਸੁਰੱਖਿਆ ਕਦੇ ਵੀ ਉਹਨਾਂ ਦੀ ਚਿੰਤਾ ਨਹੀਂ ਸੀ। ਵਿਕਾਸ ਉਹਨਾਂ ਦੇ ਯਾਤਰੀਆਂ ਦੀ ਸੁਰੱਖਿਆ ਦੀ ਕੀਮਤ ਤੇ ਸੀ। ਸਲੈਟਰ ਨੇ ਅੱਗੇ ਕਿਹਾ ਕਿ ਹਾਲਾਂਕਿ ਕੰਪਨੀ ਨੇ ਹਾਲ ਹੀ ਦੇ ਸਾਲਾਂ ਵਿੱਚ ਜਿਨਸੀ ਹਮਲੇ ਦੇ ਇਸ ਸੰਕਟ ਨੂੰ ਸਵੀਕਾਰ ਕੀਤਾ, ਇਸ ਦੀ ਅਸਲ ਪ੍ਰਤੀਕਿਰਿਆ ਹੌਲੀ ਅਤੇ ਨਾਕਾਫੀ ਰਹੀ, ਜਿਸ ਦੇ ਭਿਆਨਕ ਨਤੀਜੇ ਨਿਕਲੇ ਨੇ। ਯੂਨਾਈਟਿਡ ਸਟੇਟਸ ਫੂਡ ਐਂਡ ਡਰੱਗ ਐਡਮਿਨਿਸਟ੍ਰੇਸ਼ਨ ਨੇ ਹਾਲ ਹੀ ਵਿੱਚ ਉਮਰ ਸੰਬੰਧਿਤ ਮਾਇਓਪੀਆ ਨੂੰ ਸੁਧਾਰਨ ਲਈ ਅੱਖਾਂ ਦੇ ਪਹਿਲੇ ਡ੍ਰੌਪਸ ਨੂੰ ਮਨਜ਼ੂਰੀ ਦਿੱਤੀ ਹੈ। ਵਿਲਿਟੀ ਆਈ ਡ੍ਰੌਪ ਇੱਕ ਹੱਲ ਹੈ ਜਿਸ ਨੂੰ ਤੁਸੀਂ ਬਿਹਤਰ ਦ੍ਰਿਸ਼ਟੀ ਲਈ ਦਿਨ ਭਰ ਵਰਤ ਸਕਦੇ ਹੋ ਅਤੇ ਹੁਣ ਹਰ ਥਾਂ ਤੁਹਾਡੇ ਪੜਨ ਵਾਲੀਆਂ ਐਨਕਾਂ ਦੀ ਲੋੜ ਨਹੀਂ। ਡ੍ਰੌਪ 40 ਤੋਂ 55 ਸਾਲ ਦੀ ਉਮਰ ਦੇ ਲੋਕਾਂ ਵਿੱਚ ਸਭ ਤੋਂ ਵੱਧ ਪ੍ਰਭਾਵਸ਼ਾਲੀ ਹੈ, ਜੋ ਰੋਜ਼ਾਨਾ ਦੇ ਕੰਮਾਂ ਨੂੰ ਕਰਦੇ ਸਮੇਂ ਸਪਸ਼ਟ ਰੂਪ ਵਿੱਚ ਦੇਖਣ ਲਈ ਸੰਘਰਸ਼ ਕਰਦੇ ਨੇ, ਜਿਵੇਂ ਕਿ ਤੁਹਾਡੇ ਫੋਨ ਜਾਂ ਕੰਪਿਊਟਰ ਸਕਰੀਨ ਨੂੰ ਪੜ੍ਹਨਾ। ਇੱਕ ਬੱਚੇ ਦੇ ਰੂਪ ਵਿੱਚ ਤੁਸੀਂ ਆਪਣੇ ਦਾਦਾ-ਦਾਦੀ ਨੂੰ ਉਹਨਾਂ ਦੇ ਪੜ੍ਹਨ ਵਾਲੀਆਂ ਐਨਕਾਂ ਨਾਲ ਦੇਖਿਆ ਹੋਵੇਗਾ, ਖਾਸ ਕਰਕੇ ਅਖਬਾਰ ਪੜ੍ਹਦੇ ਹੋਏ। ਉਮਰ ਦੇ ਨਾਲ ਸਾਡੀਆਂ ਅੱਖਾਂ ਆਪਣੀ ਲਚਕਤਾ ਗਵਾ ਦਿੰਦੀਆਂ ਨੇ ਅਤੇ ਲੈਂਸ ਨੂੰ ਹੋਰ ਗੋਲ ਬਣਾਉਣ ਵਿੱਚ ਚੁਣੌਤੀ ਆਉਂਦੀ ਹੈ। ਇਹ ਉਦੋਂ ਹੁੰਦਾ ਹੈ ਜਦੋਂ ਸਾਨੂੰ ਪ੍ਰੈਸਬਿਓਪੀਆ ਹੁੰਦਾ ਹੈ, ਇੱਕ ਅੱਖ ਦੀ ਸਥਿਤੀ ਜੋ ਆਮ ਤੌਰ ਤੇ 40 ਸਾਲ ਦੀ ਉਮਰ ਤੋਂ ਬਾਅਦ ਹੁੰਦੀ ਹੈ। ਇਹ ਕਾਫੀ ਹੈ। ਆਮ ਤੌਰ ਤੇ ਦੁਨੀਆ ਭਰ ਵਿੱਚ ਲਗਭਗ 1.8 ਬਿਲੀਅਨ ਲੋਕ ਇਸ ਬਿਮਾਰੀ ਤੋਂ ਪੀੜਤ ਨੇ। ਅਮਰੀਕਾ ਵਿੱਚ 30 ਸਾਲ ਪਹਿਲਾਂ ਹੋਏ ਕਤਲ ਮਾਮਲੇ ਵਿੱਚ ਪੁਲਿਸ ਨੇ ਇੱਕ ਵਿਅਕਤੀ ਨੂੰ ਗ੍ਰਿਫਤਾਰ ਕੀਤਾ ਹੈ। ਦਰਅਸਲ 1992 ਵਿੱਚ ਕੈਲੀਫੋਰਨੀਆ ਦੀ ਇੱਕ ਮਹਿਲਾ ਦਾ ਕਤਲ ਹੋਇਆ ਸੀ। ਇਸ ਕੇਸ ਵਿੱਚ ਪੁਲਿਸ ਨੇ ਆਨਲਾਈਨ ਟ੍ਰੇਡਿੰਗ ਕੰਪਨੀ ਰੈਡੀਟੈਕ ਦੇ CEO ਜੋਹਨ ਨੂੰ ਗ੍ਰਿਫਤਾਰ ਕੀਤਾ, ਜਿਸ ਨੂੰ ਪਹਿਲਾਂ ਅਦਾਲਤ ਦੇ ਸਬੂਤਾਂ ਦੀ ਘਾਟ ਕਰਨਾ ਛੱਡ ਦਿੱਤਾ। ਸਾਂਟਾ ਕਲਾਰਾ ਕਾਉਂਟੀ ਡਿਸਟ੍ਰਿਕਟ ਅਟਾਰਨੀ ਦੇ ਦਫ਼ਤਰ ਵੱਲੋਂ ਜਾਰੀ ਪ੍ਰੈਸ ਬਿਆਨ ਵਿੱਚ ਜਾਣਕਾਰੀ ਦਿੱਤੀ ਗਈ ਹੈ ਕਿ 58 ਸਾਲਾ ਵੁਡਵਾਰਡ ਨੂੰ ਨਿਊਯਾਰਕ ਦੇ JFK ਹਵਾਈ ਅੱਡੇ ਤੋਂ ਹਿਰਾਸਤ ਵਿੱਚ ਲੈ ਲਿਆ ਗਿਆ।
ਉਹ ਐਮਸਟਰਡਮ ਤੋਂ ਜੋ FK ਹਵਾਈ ਅੱਡੇ ਪੁੱਜਾ ਸੀ ਉਸ ਵਿਰੁੱਧ ਆਪਣੇ ਕਮਰੇ ਵਿੱਚ ਰਹਿੰਦੇ ਇੱਕ ਹੋਰ ਵਿਅਕਤੀ ਦੀ ਮਿੱਤਰ ਕੁੜੀ ਲਾਉਰੀ ਹੌਟਸ ਦੀ ਹੱਤਿਆ ਕਰਨ ਦੇ ਦੋਸ਼ ਸਬੂਤ ਸਮੇਤ ਆਇਦ ਕੀਤੇ ਗਏ। ਸਥਾਨਕ ਅਧਿਕਾਰੀਆਂ ਨੇ ਦੱਸਿਆ ਕਿ ਦੱਖਣੀ ਪੱਛਮੀ ਵਰਜੀਨੀਆ ਵਿੱਚ ਸ਼ਕਤੀਸ਼ਾਲੀ ਤੂਫਾਨ ਆਉਣ ਅਤੇ ਭਾਰੀ ਹੜ੍ਹ ਅਤੇ ਜ਼ਮੀਨ ਖਿਸਕਣ ਕਾਰਨ ਬੁੱਧਵਾਰ ਨੂੰ 100 ਤੋਂ ਵੱਧ ਘਰਾਂ ਨੂੰ ਨੁਕਸਾਨ ਪਹੁੰਚਿਆ। ਘੱਟੋ-ਘੱਟ 40 ਲੋਕ ਲਾਪਤਾ ਨੇ। ਰਾਸ਼ਟਰੀ ਸਮੁੰਦਰੀ ਅਤੇ ਵਾਯੂਮੰਡਲ ਪ੍ਰਸ਼ਾਸਨ ਦੇ ਅਨੁਸਾਰ ਮੰਗਲਵਾਰ ਦੀ ਰਾਤ ਨੂੰ ਬੁਕਾਨਨ ਕਾਉਂਟੀ ਜੋ ਕਿ ਕੈਂਟਕੀ ਅਤੇ ਦੱਖਣੀ ਪੱਛਮੀ ਵਰਜੀਨੀਆ ਵਿੱਚ ਪੱਛਮੀ ਵਰਜੀਨੀਆ ਦੀ ਸਰਹੱਦ ਨਾਲ ਲੱਗਦੀ ਹੈ ਵਿੱਚ 4.5 ਇੰਚ ਤੋਂ ਵੱਧ ਮੀਂਹ ਪਿਆ। ਇਹ ਇਲਾਕਾ ਐਪਲਾਚੀਅਨ ਪਹਾੜਾਂ ਦੇ ਅੰਦਰ ਸਥਿਤ ਹੈ ਤੇ ਪਹਾੜੀ ਦੇ ਮੀਂਹ ਲਈ ਇੱਕ ਫਨਲ ਵਾਂਗ ਕੰਮ ਕੀਤਾ ਕਿਉਂਕਿ ਨਦੀ ਤੇਜ਼ੀ ਨਾਲ ਵੱਧਦੀ ਹੈ ਤੇ ਸੜਕਾਂ ਦੇ ਓਵਰਫਲੋ ਹੋ ਜਾਂਦੀ ਹੈ। ਘਰਾਂ ਦੀਆਂ ਨੀਹਾਂ ਉਖੜ ਗਈਆਂ ਅਤੇ ਲੋਕਾਂ ਨੂੰ ਸੁਰੱਖਿਆ ਲਈ ਕਮਰ ਡੂੰਘੇ ਪਾਣੀ ਵਿੱਚੋਂ ਲੰਘਣ ਲਈ ਮਜਬੂਰ ਹੋਣਾ ਪਿਆ। ਅਧਿਕਾਰੀਆਂ ਨੇ ਕਿਹਾ ਕਿ ਕਿਸੇ ਵੀ ਮੌਤ ਜਾਂ ਸੱਟ ਦੀ ਖਬਰ ਨਹੀਂ ਹੈ। ਬੁੱਧਵਾਰ ਰਾਤ ਤੱਕ 44 ਬੱਚਿਆਂ ਅਤੇ ਬਾਲਗਾਂ ਲਈ ਅਣਗਿਣਤ ਮੰਨੇ ਗਏ ਲੋਕਾਂ ਦੀ ਗਿਣਤੀ ਉਹਨਾਂ ਲੋਕਾਂ ਦੀਆਂ ਸੰਖਿਆ ਤੋਂ ਲਿਆ ਗਿਆ ਜਿਨ੍ਹਾਂ ਦੇ ਅਜ਼ੀਜ਼ ਜਾਂ ਪਰਿਵਾਰਕ ਤੱਕ ਪਹੁੰਚਣ ਜਾਂ ਸੰਪਰਕ ਕਰਨ ਦੇ ਯੋਗ ਨੇ। ਨਿਊ ਸਾਊਥ ਵੇਲਜ਼ ਵਿੱਚ ਬੀਤੇ ਦਿਨੀ ਭਾਰਤੀ ਵਿਦਿਆਰਥੀ ਦੀ ਮੌਤ ਦੀ ਖਬਰ ਸਾਹਮਣੇ ਆਈ ਹੈ। ਪੈਰਾਮਾਟਾ ਵਿੱਚ ਅਚਾਨਕ ਅੱਗ ਲੱਗਣ ਕਾਰਨ ਵਿਦਿਆਰਥੀ ਦੀ ਮੌਤ ਹੋ ਗਈ। ਇਸ ਮੌਕੇ ਪੈਰਾਮਾਟਾ ਪੁਲਿਸ ਏਰੀਆ ਕਮਾਂਡ ਨਾਲ ਜੁੜੇ ਅਧਿਕਾਰੀਆਂ ਨੇ ਕਿਹਾ ਕਿ ਇਮਾਰਤ ਨੂੰ ਅੱਗ ਲੱਗਣ ਕਰਕੇ 27 ਸਾਲਾ ਵਿਦਿਆਰਥੀ ਨੂੰ ਗੰਭੀਰ ਹਾਲਤ ਵਿੱਚ ਵੈਸਟਮੀਡ ਹਸਪਤਾਲ ਲਿਜਾਏ ਜਾਣ ਤੋਂ ਪਹਿਲਾਂ NSW ਐਂਬੂਲੈਂਸ ਪੈਰਾਮੈਡਿਕਸ ਦੁਆਰਾ ਇਲਾਜ ਕੀਤਾ ਗਿਆ। ਉਹਨਾਂ ਨੇ ਕਿਹਾ ਕਿ ਇੱਕ ਹੋਰ 20 ਸਾਲਾ ਨੌਜਵਾਨ ਨੂੰ ਧੂਏ ਵਿੱਚ ਸਾਹ ਲੈਣ ਦੀ ਸਮੱਸਿਆ ਕਾਰਨ ਘਟਨਾ ਸਥਾਨ ਤੇ ਇਲਾਜ ਕੀਤਾ ਗਿਆ ਸੀ ਅਤੇ ਉਸ ਨੂੰ ਸਥਿਰ ਹਾਲਤ ਵਿੱਚ ਵੈਸਟਮੀਡ ਹਸਪਤਾਲ ਲਿਜਾਇਆ ਗਿਆ। NSW ਦੇ ਫਾਇਰ ਐਂਡ ਰੈਸਕਿਊ ਅਧਿਕਾਰੀਆਂ ਨੇ ਅੱਗ ਬੁਝਾਉਣ ਦੇ ਨਾਲ ਹੇਠਲੀਆਂ ਯੂਨਿਟਸ ਨੂੰ ਖਾਲੀ ਕਰਵਾ ਦਿੱਤਾ। ਘਟਨਾ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ। ਅੱਗ ਲੱਗਣ ਦੇ ਕਾਰਨਾਂ ਦਾ ਅਜੇ ਪਤਾ ਨਹੀਂ ਲੱਗ ਸਕਿਆ। ਸਥਾਨਕ ਭਾਈਚਾਰੇ ਨੇ ਰੌਣਕ ਚੌਧਰੀ ਦੀ ਮ੍ਰਿਤਕ ਦੇਹ ਨੂੰ ਭਾਰਤ ਵਾਪਸ ਭੇਜਣ ਲਈ ਫੰਡ ਇਕੱਠਾ ਕਰਨ ਦੀ ਮੁਹਿੰਮ ਸ਼ੁਰੂ ਕੀਤੀ ਹੈ। ਰੌਣਕ ਸਤੰਬਰ 2019 ਵਿੱਚ ਇੱਕ ਵਿਦਿਆਰਥੀ ਵੀਜ਼ੇ ਤੇ ਆਸਟ੍ਰੇਲੀਆ ਗਿਆ ਸੀ ਅਤੇ ਉਸ ਨੂੰ ਨੈਟਵਰਕਿੰਗ ਵਿੱਚ ਮਾਸਟਰਸ ਨੂੰ ਪੂਰਾ ਕਰਨ ਅਤੇ ਘਰ ਵਾਪਸ ਆਪਣੇ ਮਾਤਾ-ਪਿਤਾ ਤੇ ਛੋਟੇ ਭਰਾ ਦਾ ਸਮਰਥਨ ਕਰਨ ਦੀਆਂ ਵੱਡੀਆਂ ਉਮੀਦਾਂ ਸਨ। ਪਾਕਿਸਤਾਨ ਵਿੱਚ 14 ਜੂਨ ਤੋਂ ਸ਼ੁਰੂ ਹੋਏ ਪ੍ਰੀ ਮੌਨਸੂਨ ਮੀਂਹ ਨਾਲ ਸੰਬੰਧਿਤ ਵੱਖ-ਵੱਖ ਹਾਦਸਿਆਂ ਵਿੱਚ ਕੁੱਲ 165 ਲੋਕਾਂ ਦੀ ਮੌਤ ਹੋ ਗਈ ਹੈ ਤੇ 171 ਹੋਰ ਜ਼ਖਮੀ ਹੋ ਗਏ ਨੇ। ਨੈਸ਼ਨਲ ਡਿਜ਼ਾਸਟਰ ਮੈਨੇਜਮੈਂਟ ਅਥਾਰਟੀ ਨੇ ਇਸ ਦੀ ਜਾਣਕਾਰੀ ਦਿੱਤੀ ਹੈ। ਦੇਸ਼ ਦਾ ਦੱਖਣੀ ਪੱਛਮੀ ਬਲੋਚਿਸਤਾਨ ਸੂਬਾ ਇਸ ਨਾਲ ਸਭ ਤੋਂ ਜ਼ਿਆਦਾ ਪ੍ਰਭਾਵਿਤ ਖੇਤਰ ਰਿਹਾ ਜਿੱਥੇ ਮੌਲੇਧਾਰ ਮੀਂਹ ਕਾਰਨ 65 ਲੋਕਾਂ ਦੀ ਮੌਤ ਹੋ ਗਈ ਹੈ ਅਤੇ 49 ਹੋਰ ਜ਼ਖਮੀ ਹੋ ਗਏ ਨੇ। ਲਗਾਤਾਰ ਪੈ ਰਹੇ ਮੀਂਹ ਕਾਰਨ ਇੱਥੇ ਅਚਾਨਕ ਹੜ੍ਹ ਦੀ ਸਥਿਤੀ ਪੈਦਾ ਹੋ ਗਈ ਹੈ। ਸਥਾਨਕ ਮੀਡੀਆ ਨੇ ਬੰਨ੍ਹ ਟੁੱਟਣ ਦੀਆਂ ਕਈ ਘਟਨਾਵਾਂ ਦੀ ਸੂਚਨਾ ਦਿੱਤੀ ਹੈ ਜਿਸ ਦੀ ਲਪੇਟ ਵਿੱਚ ਆ ਕੇ ਕਈ ਘਰ ਅਤੇ ਬੁਨਿਆਦੀ ਢਾਂਚੇ ਰੁੜ ਗਏ। ਕੈਨੇਡਾ ਦੀ ਪਬਲਿਕ ਹੈਲਥ ਏਜੰਸੀ ਨੇ ਬੁੱਧਵਾਰ ਤੱਕ ਦੇਸ਼ ਵਿੱਚ ਮੰਕੀ ਪੌਕਸ ਦੇ ਕੁੱਲ 477 ਮਾਮਲਿਆਂ ਦੀ ਪੁਸ਼ਟੀ ਕੀਤੀ ਹੈ। PHAC ਨੇ ਇਹਨਾਂ ਪੁਸ਼ਟੀ ਕੀਤੇ ਕੇਸਾਂ ਬਾਰੇ ਇੱਕ ਅਪਡੇਟ ਪ੍ਰਦਾਨ ਕੀਤਾ ਜਿਸ ਵਿੱਚ ਕਿਊਬੈਕ ਤੋਂ 284, ਓਨਟਾਰੀਓ ਤੋਂ 156, ਬ੍ਰਿਟਿਸ਼ ਕੋਲੰਬੀਆ ਤੋਂ 29, ਅਲਬਰਟਾ ਤੋਂ 8 ਸ਼ਾਮਲ ਨੇ। PHAC ਨੇ ਕਿਹਾ ਕਿ ਅੱਗੇ ਜਾ ਕੇ ਕੇਸ ਨੰਬਰ ਬਦਲ ਸਕਦੇ ਨੇ ਕਿਉਂਕਿ ਸੂਬਿਆਂ ਤੇ ਪ੍ਰਦੇਸ਼ਾਂ ਨੂੰ PHAC ਦੀ ਨੈਸ਼ਨਲ ਮਾਈਕਰੋਬਾਇਓਲੋਜੀ ਲੈਬੋਰੇਟਰੀ ਤੋਂ ਪੁਸ਼ਟੀਕਰਨ ਟੈਸਟਿੰਗ ਨਤੀਜੇ ਪ੍ਰਾਪਤ ਹੁੰਦੇ ਰਹਿੰਦੇ ਨੇ। PHAC ਦੇ ਅਨੁਸਾਰ ਸੂਬੇ ਤੇ ਪ੍ਰਦੇਸ਼ ਆਪਣੇ ਅਧਿਕਾਰ ਖੇਤਰਾਂ ਵਿੱਚ ਕੇਸ ਡੇਟਾ ਦੀ ਸਮੀਖਿਆ ਕਰ ਰਹੇ ਨੇ ਅਤੇ ਜੋ ਕੇਸ ਪਰਿਭਾਸ਼ਾ ਨੂੰ ਪੂਰਾ ਕਰਦੇ ਨੇ ਉਹਨਾਂ ਨੂੰ ਰਾਸ਼ਟਰੀ ਜਾਂਚ ਲਈ ਸ਼ਾਮਲ ਕਰਨ ਲਈ PHAC ਨੂੰ ਰਿਪੋਰਟ ਕੀਤੀ ਜਾਏਗੀ। ਇੱਕ ਵਿਸਤ੍ਰਿਤ ਫਿੰਗਰਪ੍ਰਿੰਟ ਵਿਸ਼ਲੇਸ਼ਣ ਮੁਤਾਬਕ PHAC ਨੇ ਕਿਹਾ ਕਿ ਨੈਸ਼ਨਲ ਮਾਈਕਰੋਬਾਇਓਲੋਜੀ ਲੈਬੋਰੇਟਰੀ ਉਸ ਵਾਇਰਸ ਲਈ ਡਾਇਗਨੋਸਟਿਕ ਟੈਸਟ ਕਰ ਰਹੀ ਹੈ ਜੋ ਮੰਕੀ ਪੌਕਸ ਦਾ ਕਾਰਨ ਬਣਦਾ ਹੈ। ਕੈਨੇਡਾ ਦੀ ਮੁੱਖ ਵਿਰੋਧੀ ਧਿਰ ਕੰਜ਼ਰਵੇਟਿਵ ਪਾਰਟੀ ਜਲਦ ਹੀ ਆਪਣਾ ਨਵਾਂ ਨੇਤਾ ਚੁਣਨ ਜਾ ਰਹੀ ਹੈ। ਇਸ ਦੇ ਲਈ ਚੱਲ ਰਹੀ ਲੀਡਰਸ਼ਿਪ ਦੌੜ ਵਿੱਚ ਸ਼ਾਮਲ ਉਮੀਦਵਾਰ ਜੀਨ ਚਾਰੈਸਟ ਦੀ ਮੁਹਿੰਮ ਨੂੰ ਤਕੜਾ ਹੁੰਗਾਰਾ ਮਿਲ ਸਕਦਾ ਹੈ ਕਿਉਂਕਿ ਇਸ ਦੌੜ ਵਿੱਚੋਂ ਬਾਹਰ ਕੀਤੇ ਗਏ ਬਰੈਂਪਟਨ ਦੇ ਮੇਅਰ ਪੈਟਰਿਕ ਬਰਾਊਨ ਦੀ ਪ੍ਰਚਾਰ ਟੀਮ ਨੇ ਜੀਨ ਚਾਰੈਸਟ ਦਾ ਸਮਰਥਨ ਕਰਨ ਦਾ ਐਲਾਨ ਕਰ ਦਿੱਤਾ ਹੈ। ਪਹਿਲਾਂ ਕੰਜ਼ਰਵੇਟਿਵ ਪਾਰਟੀ ਦੀ ਲੀਡਰਸ਼ਿਪ ਦੌੜ ਵਿੱਚ 6 ਉਮੀਦਵਾਰ ਮੈਦਾਨ 'ਚ ਸਨ ਪਰ ਬੀਤੀ 5 ਜੁਲਾਈ ਨੂੰ ਬਰੈਂਪਟਨ ਦੇ ਮੇਅਰ ਪੈਟਰਿਕ ਬਰਾਊਨ ਨੂੰ ਲੀਡਰਸ਼ਿਪ ਦੌੜ ਵਿੱਚੋਂ ਬਾਹਰ ਕੱਢ ਦਿੱਤਾ ਗਿਆ। ਕੈਨੇਡਾ ਦੀ ਮੁੱਖ ਵਿਰੋਧੀ ਧਿਰ ਲਈ ਨਵੇਂ ਆਗੂ ਦੀ ਚੋਣ ਕਰਵਾ ਰਹੀ ਆਰਗੇਨਾਈਜ਼ੇਸ਼ਨ ਕਮੇਟੀ ਨੇ ਪੈਟਰਿਕ ਬਰਾਊਨ ਵਿਰੁੱਧ ਗੰਭੀਰ ਦੋਸ਼ ਲਗਾਉਂਦਿਆਂ ਉਹਨਾਂ ਨੂੰ ਚੋਣ ਲੜਨ ਦੇ ਅਯੋਗ ਕਰਾਰ ਦਿੱਤਾ। ਹਲਕਾ ਸਨੌਰ ਦੇ ਉੱਗੇ ਕਸਬਾ ਬਲਬੇੜਾ ਵਿਖੇ ਰਹਿੰਦੇ ਜਗਤਾਰ ਸਿੰਘ ਦੇ ਕੈਨੇਡਾ ਰਹਿੰਦੇ ਪੁੱਤਰ ਦਇਆ ਸਿੰਘ ਦਾ ਦਿਲ ਦਾ ਦੌਰਾ ਪੈਣ ਨਾਲ ਅਚਾਨਕ ਮੌਤ ਹੋਣ ਦਾ ਸਮਾਚਾਰ ਮਿਲਿਆ। ਮਿਲੀ ਜਾਣਕਾਰੀ ਮੁਤਾਬਕ ਦਇਆ ਸਿੰਘ ਪਿਛਲੇ 5 ਸਾਲਾਂ ਤੋਂ ਕੈਨੇਡਾ 'ਚ ਰਹਿ ਰਿਹਾ ਸੀ ਅਤੇ ਵਰਕ ਪਰਮਿਟ ਤੇ ਉੱਥੇ ਕੰਮ ਵੀ ਕਰ ਰਿਹਾ ਸੀ। ਮਿਲੀ ਜਾਣਕਾਰੀ ਅਨੁਸਾਰ ਨੌਜਵਾਨ ਦਇਆ ਸਿੰਘ ਅਤੇ ਉਸ ਦਾ ਭਰਾ ਦੋਵੇਂ ਇਕੱਠੇ ਕੈਨੇਡਾ 'ਚ ਰਹਿ ਰਹੇ ਸਨ।
ਉਹਨਾਂ ਦੇ ਮਾਤਾ-ਪਿਤਾ ਵੀ ਉਹਨਾਂ ਨੂੰ ਮਿਲਣ ਲਈ ਉੱਥੇ ਗਏ ਹੋਏ ਸਨ। ਬੀਤੀ ਰਾਤ ਦਇਆ ਸਿੰਘ ਆਪਣੇ ਕਮਰੇ 'ਚ ਸੁੱਤਾ ਪਿਆ ਸੀ। ਇਸ ਦੌਰਾਨ ਜਦੋਂ ਸਵੇਰੇ ਪਰਿਵਾਰਕ ਮੈਂਬਰਾਂ ਨੇ ਦੇਖਿਆ, ਜਾਂਚ ਤੋਂ ਬਾਅਦ ਪਤਾ ਲੱਗਾ ਕਿ ਉਸਦੇ ਦਿਲ ਦੀ ਦੌਰਾ ਪੈਣ ਨਾਲ ਮੌਤ ਹੋ ਚੁੱਕੀ ਸੀ। ਨੌਜਵਾਨ ਦੀ ਅਚਾਨਕ ਮੌਤ ਤੇ ਪਿੰਡ ਵਿੱਚ ਮਾਤਮ ਛਾ ਗਿਆ। 1984 ਦੇ ਸਿੱਖ ਵਿਰੋਧੀ ਦੰਗਿਆਂ ਦੀ ਜਾਂਚ ਕਰ ਰਹੀ ਵਿਸ਼ੇਸ਼ ਜਾਂਚ ਟੀਮ ਨੇ 4 ਹੋਰ ਮੁਲਜ਼ਮਾਂ ਨੂੰ ਗ੍ਰਿਫਤਾਰ ਕੀਤਾ ਜੋ ਕਥਿਤ ਤੌਰ ਤੇ ਹਿੰਸਾ ਦੌਰਾਨ ਘਰ ਨੂੰ ਅੱਗ ਲਾਉਣ ਵਾਲੀ ਭੀੜ ਦਾ ਹਿੱਸਾ ਸਨ। 1984 ਵਿੱਚ ਕਾਨਪੁਰ ਵਿੱਚ ਹੋਏ ਸਿੱਖ ਵਿਰੋਧੀ ਦੰਗਿਆਂ 'ਚ ਕੁੱਲ 127 ਲੋਕ ਮਾਰੇ ਗਏ। SIET ਨੇ ਹੁਣ ਤੱਕ 19 ਲੋਕਾਂ ਨੂੰ ਗ੍ਰਿਫਤਾਰ ਕੀਤਾ। ਯੂਪੀ ਸਰਕਾਰ ਨੇ ਦੰਗਿਆਂ ਨਾਲ ਸੰਬੰਧਿਤ ਮਾਮਲਿਆਂ ਦੀ ਮੁੜ ਜਾਂਚ ਲਈ 3 ਸਾਲ ਪਹਿਲਾਂ ਸਿੱਟ ਕਾਇਮ ਕੀਤੀ ਸੀ। ਗ੍ਰਿਫਤਾਰ ਮੁਲਜ਼ਮਾਂ ਦੀ ਪਛਾਣ ਰਾਜਨ ਲਾਲ ਪਾਂਡੇ, ਧਰਿੰਦਰ ਕੁਮਾਰ ਤਿਵਾੜੀ ਅਤੇ ਦੀਪਕ ਅਤੇ ਕੈਲਾਸ਼ ਪਾਜ ਵਜੋਂ ਹੋਈ ਹੈ। ਮੁਲਜ਼ਮਾਂ ਨੂੰ ਅਦਾਲਤ ਵਿੱਚ ਪੇਸ਼ ਕੀਤਾ ਗਿਆ। ਅਦਾਲਤ ਨੇ ਮੁਲਜ਼ਮਾਂ ਨੂੰ 14 ਦਿਨਾਂ ਦੀ ਨਿਆਇਕ ਹਿਰਾਸਤ ਵਿੱਚ ਭੇਜ ਦਿੱਤਾ। ਈਰਾਨ ਉਹਨਾਂ ਦੇਸ਼ਾਂ ਵਿੱਚੋਂ ਇੱਕ ਹੈ ਜਿੱਥੇ ਔਰਤਾਂ ਲਈ ਇਸਲਾਮੀ ਹਿਜਾਬ ਪਹਿਨਣਾ ਲਾਜ਼ਮੀ ਹੈ। ਈਰਾਨੀ ਔਰਤਾਂ ਨੇ ਮੰਗਲਵਾਰ ਨੂੰ ਦੇਸ਼ ਪੱਧਰੀ ਹਿਜਾਬ ਵਿਰੋਧੀ ਮੁਹਿੰਮ ਸ਼ੁਰੂ ਕੀਤੀ ਹੈ ਤੇ ਹਿਜਾਬ ਤੋਂ ਬਿਨਾਂ ਸੋਸ਼ਲ ਮੀਡੀਆ ਤੇ ਵੀਡੀਓ ਪੋਸਟ ਕੀਤੀ। ਅਜਿਹਾ ਕਰਕੇ ਔਰਤਾਂ ਨੇ ਇਸਲਾਮਿਕ ਰਿਪਬਲਿਕ ਆਫ ਈਰਾਨ ਦੇ ਸਖਤ ਹਿਜਾਬ ਨਿਯਮਾਂ ਨੂੰ ਤੋੜਿਆ। ਇਸ ਦੇ ਲਈ ਸੋਸ਼ਲ ਮੀਡੀਆ ਤੇ ਨੋ ਟੂ ਹਿਜਾਬ ਹੈਸ਼ਟੈਗ ਵੀ ਚਲਾਇਆ ਗਿਆ ਸੀ। ਮਹੱਤਵਪੂਰਨ ਗੱਲ ਇਹ ਹੈ ਕਿ ਇਹਨਾਂ ਔਰਤਾਂ ਨੇ ਵਿਰੋਧ ਪ੍ਰਦਰਸ਼ਨ ਲਈ 12 ਜੁਲਾਈ ਦਾ ਦਿਨ ਚੁਣਿਆ। ਈਰਾਨ ਇਸ ਦਿਨ ਨੂੰ ਹਿਜਾਬ ਅਤੇ ਪਵਿੱਤਰਤਾ ਦੇ ਰਾਸ਼ਟਰੀ ਦਿਵਸ ਵਜੋਂ ਮਨਾਉਂਦਾ ਹੈ। ਮੈਕਸੀਕੋ ਦੇ ਇੱਕ ਸਕੂਲ ਵਿੱਚ 14 ਸਾਲ ਦੇ ਵਿਦਿਆਰਥੀ ਨੂੰ ਉਸਦੇ 2 ਸਾਥੀਆਂ ਨੇ ਕਲਾਸਰੂਮ ਵਿੱਚ ਜਿੰਦਾ ਸਾੜ ਦਿੱਤਾ। ਦੋਵੇਂ ਵਿਦਿਆਰਥੀਆਂ ਨੇ ਕੇਵਲ ਇਸ ਲਈ ਵਿਦਿਆਰਥੀ ਨੂੰ ਸਾੜ ਦਿੱਤਾ ਕਿਉਂਕਿ ਉਹ ਆਪਣੀ ਮਾਤ ਭਾਸ਼ਾ ਵਿੱਚ ਉਹਨਾਂ ਨਾਲ ਗੱਲ ਕਰ ਰਿਹਾ ਸੀ। ਮਿਲੀ ਜਾਣਕਾਰੀ ਮੁਤਾਬਕ ਘਟਨਾ ਜੂਨ ਮਹੀਨੇ ਦੀ ਹੈ ਤੇ ਬੁਰੀ ਤਰ੍ਹਾਂ ਝੁਲਸਿਆ ਵਿਦਿਆਰਥੀ ਜੌਨ ਹੁਣ ਹਸਪਤਾਲ ਤੋਂ ਡਿਸਚਾਰਜ ਹੋ ਚੁੱਕਿਆ ਹੈ। ਉਹਨਾਂ ਨੇ ਪਰਿਵਾਰ ਨੇ ਦੱਸਿਆ ਕਿ ਕਲਾਸਰੂਮ ਵਿੱਚ 2 ਵਿਦਿਆਰਥੀਆਂ ਨੇ ਉਸਦੀ ਸੀਟ ਤੇ ਸ਼ਰਾਬ ਪਾ ਦਿੱਤੀ। ਜਦੋਂ ਆਪਣੀ ਸੀਟ ਤੇ ਬੈਠਾ ਤਾਂ ਉਸਦੀ ਪੈਂਟ ਭਿੱਜ ਚੁੱਕੀ ਸੀ। ਜਿਵੇਂ ਹੀ ਉਹ ਆਪਣੀ ਸੀਟ ਤੋਂ ਉੱਠਿਆ, ਦੋਵੇਂ ਵਿਦਿਆਰਥੀਆਂ ਨੇ ਉਸਨੂੰ ਸਾੜ ਦਿੱਤਾ। ਅਜਿਹੇ ਬਹੁਤ ਹੀ ਘੱਟ ਲੋਕ ਹੋਣਗੇ ਜੋ 35 ਤੋਂ 40 ਸਾਲ ਦੀ ਉਮਰ ਤੱਕ 1-2 ਕਰੋੜ ਦੀ ਜਾਇਦਾਦ ਜੁਟਾ ਸਕੇ ਹੋਣਗੇ, ਪਰ ਇੱਕ ਅਜਿਹੀ ਬੱਚੀ ਹੈ ਜਿਸਨੇ ਕੇਵਲ 11 ਸਾਲ ਦੀ ਉਮਰ ਦੇ ਵਿੱਚ ਅਰਬਾਂ ਦੀ ਕਮਾਈ ਕਰ ਲਈ ਹੈ। ਇਹ ਸੁਣਨ 'ਚ ਤਾਂ ਉਂਝ ਕਾਫੀ ਅਜੀਬ ਲੱਗਦਾ ਹੈ, ਪਰ ਗੱਲ ਬਿਲਕੁਲ ਸੱਚੀ ਹੈ। ਇੰਨੀ ਛੋਟੀ ਉਮਰ 'ਚ ਉਹ ਆਲੀਸ਼ਾਨ ਜ਼ਿੰਦਗੀ ਜੀ ਰਹੀ ਹੈ। 11 ਸਾਲ ਦੀ ਉਮਰ 'ਚ ਆਮ ਤੌਰ ਤੇ ਬੱਚੀਆਂ ਗੁੱਡੀਆਂ ਤੇ ਖਿਡੌਣਿਆਂ ਨਾਲ ਖੇਡਦੀਆਂ ਨਜ਼ਰ ਆਉਂਦੀਆਂ ਨੇ, ਪਰ ਬੱਚੀਆਂ ਦੂਜਿਆਂ ਨੂੰ ਖਿਡੌਣਿਆਂ ਨਾਲ ਖਿਡਾ ਰਹੀ ਹੈ ਤੇ ਉਸਦੇ ਬਦਲੇ ਕਰੋੜਾਂ ਰੁਪਏ ਕਮਾ ਰਹੀ ਹੈ। ਇਸ ਸਰਬਪਤੀ ਬੱਚੇ ਦਾ ਨਾਮ ਹੈ ਪਿਕਸੀ ਅਤੇ ਆਸਟ੍ਰੇਲੀਆ ਦੀ ਰਹਿਣ ਵਾਲੀ ਹੈ। ਪਿਕਸੀ ਨੇ ਖਿਡੌਣੇ ਵੇਚ ਕੇ ਅਰਬਾਂ ਦੀ ਜਾਇਦਾਦ ਕੀਤੀ ਹੈ ਕਮਾਲ। ਹਾਲਾਂਕਿ ਇਸ ਕੰਮ ਵਿੱਚ ਉਸਦੀ ਮਾਂ ਰਕਸੀ ਨੇ ਵੀ ਕਾਫੀ ਮਦਦ ਕੀਤੀ ਹੈ, ਜਿਸ ਦੀ ਬਦੌਲਤ ਬੱਚੀ ਉਸ ਮੁਕਾਮ ਤੇ ਹੈ ਜਿਸ ਮੁਕਾਮ ਤੇ ਪਹੁੰਚਣ ਦਾ ਸੁਪਨਾ ਲੋਕ ਦੇਖਦੇ ਨੇ। ਪਿਕਸੀ ਆਪਣੀ ਮਾਂ ਨਾਲ ਇੱਕ ਆਲੀਸ਼ਾਨ ਬੰਗਲੇ 'ਚ ਰਹਿੰਦੀ ਹੈ ਜਿਸ ਦੀ ਕੀਮਤ 34 ਕਰੋੜ ਰੁਪਏ ਤੋਂ ਵੱਧ ਹੈ। ਇਸ ਘਰ ਵਿੱਚ ਲੋੜ ਦੀਆਂ ਸਾਰੀਆਂ ਸੁੱਖ ਸਹੂਲਤਾਂ ਮੌਜੂਦ ਨੇ। ਉਹ ਇੰਸਟਾਗ੍ਰਾਮ ਤੇ ਤਸਵੀਰਾਂ ਸ਼ੇਅਰ ਕਰਦੀਆਂ ਨੇ ਜਿਸ ਨੂੰ ਦੇਖ ਕੇ ਲੋਕ ਹੈਰਾਨ ਰਹਿ ਜਾਂਦੇ ਨੇ। ਪਿਕਸੀ ਖਿਡੌਣੇ ਤਾਂ ਵੇਚਦੀ ਹੈ, ਇਸ ਤੋਂ ਇਲਾਵਾ ਉਹ ਹੇਅਰ ਐਕਸੈਸਰੀਜ਼ ਵੀ ਵੇਚਦੀ ਹੈ, ਕਈ ਤਰ੍ਹਾਂ ਦੇ ਹੇਅਰ ਬੈਂਡਸ, ਹੇਅਰ ਕਲਿੱਪਸ ਵੀ ਵੇਚਦੀ ਹੈ। ਦੱਸਿਆ ਜਾਂਦਾ ਹੈ ਕਿ ਪਿਕਸੀ ਦੀ ਸਫਲਤਾ ਦੇ ਪਿੱਛੇ ਉਸਦੀ ਮਾਂ ਦਾ ਹੱਥ ਹੈ ਜਿਸ ਨੂੰ ਲੋਕ PR ਗੁਰੂ ਦੇ ਨਾਮ ਨਾਲ ਜਾਣਦੇ ਨੇ। ਪੰਜਾਬ ਦੇ ਸਰਕਾਰੀ ਹਸਪਤਾਲਾਂ ਵਿੱਚ ਸਟਾਫ ਦੀ ਕਮੀ ਨੂੰ ਪੂਰਾ ਕਰਨ ਦੇ ਨਾਲ ਬੁਨਿਆਦੀ ਢਾਂਚੇ ਵਿੱਚ ਸੁਧਾਰ ਲਿਆਉਣ ਅਤੇ ਹੋਰ ਕਮੀਆਂ ਨੂੰ ਦੂਰ ਕਰਨ ਦੇ ਮਕਸਦ ਨਾਲ ਪੰਜਾਬ ਸਰਕਾਰ ਵੱਲੋਂ ਜਲਦੀ ਸਿਹਤ ਪਾਲਿਸੀ ਲਿਆਂਦੀ ਜਾ ਰਹੀ ਹੈ। ਇਸ ਨਾਲ ਸਿਹਤ ਸਹੂਲਤਾਂ ਵਿੱਚ ਵੱਡੇ ਸੁਧਾਰ ਹੋਣ ਨਾਲ ਆਮ ਲੋਕਾਂ ਨੂੰ ਵੱਡਾ ਲਾਭ ਮਿਲੇਗਾ। ਇਹ ਸ਼ਬਦ ਪੰਜਾਬ ਦੇ ਸਿਹਤ ਅਤੇ ਪਰਿਵਾਰ ਕਲਿਆਣ ਮੈਡੀਕਲ ਸਿੱਖਿਆ ਮੰਤਰੀ ਚੇਤਨ ਸਿੰਘ ਜੌੜਾ ਮਾਜਰਾ ਨੇ ਸਿਵਲ ਹਸਪਤਾਲ ਸਮਰਾਲਾ ਦਾ ਦੌਰਾ ਕਰਨ ਉਪਰੰਤ ਕਿਹਾ। ਇਸ ਮੌਕੇ ਤੇ ਉਹਨਾਂ ਨਾਲ ਦੂਜੇ ਵਿਧਾਇਕ ਵੀ ਸ਼ਾਮਲ ਸਨ। ਸਿਹਤ ਮੰਤਰੀ ਨੇ ਕਿਹਾ ਕਿ ਪੰਜਾਬ ਦੇ ਸਰਕਾਰੀ ਹਸਪਤਾਲਾਂ 'ਚ ਉਕਤ ਕਮੀਆਂ ਨੂੰ ਦੂਰ ਕਰਨ ਲਈ ਬੀਤੇ ਦਿਨੀ ਸੂਬੇ ਦੇ ਸਾਰੇ ਸਿਵਲ ਸਰਜਨਸ ਦੇ ਨਾਲ ਮੀਟਿੰਗ ਹੋਈ ਹੈ। ਜ਼ਰੂਰੀ ਦਿਸ਼ਾ ਨਿਰਦੇਸ਼ ਜਾਰੀ ਕਰ ਦਿੱਤੇ ਗਏ ਨੇ ਤੇ ਇਸ ਸੰਬੰਧ ਵਿੱਚ ਜ਼ਰੂਰੀ ਫੰਡ ਵੀ ਮੁਹੱਈਆ ਕਰਵਾਏ ਜਾਣਗੇ। ਹੁਸ਼ਿਆਰਪੁਰ ਦੇ ਪਿੰਡ ਸ਼ੇਰਗੜ੍ਹ ਨੇੜੇ ਬੱਚਿਆਂ ਨਾਲ ਭਰੀ ਇੱਕ ਸਕੂਲੀ ਬੱਸ ਅਚਾਨਕ ਖੇਤਾਂ ਵਿੱਚ ਪਲਟ ਗਈ। ਇਸ ਬੱਸ ਵਿੱਚ 32 ਦੇ ਕਰੀਬ ਵਿਦਿਆਰਥੀ ਸਵਾਰ ਦੱਸੇ ਜਾ ਰਹੇ ਨੇ। ਜਾਣਕਾਰੀ ਮੁਤਾਬਕ ਇੱਕ ਸਕੂਲੀ ਬੱਸ ਜਦੋਂ ਪਿੰਡ ਸ਼ੇਰਗੜ੍ਹ ਤੋਂ ਬੱਚਿਆਂ ਨੂੰ ਸਕੂਲ ਲਿਜਾ ਰਹੀ ਸੀ ਤਾਂ ਹੁਸ਼ਿਆਰਪੁਰ ਚੰਡੀਗੜ੍ਹ ਰਿੰਗ ਰੋਡ ਤੇ ਬੱਸ ਅਚਾਨਕ ਖੇਤਾਂ 'ਚ ਪਲਟ ਗਈ। ਇਸ ਹਾਦਸੇ ਦੌਰਾਨ 2 ਬੱਚੇ ਜ਼ਖਮੀ ਹੋ ਗਏ। ਹਾਦਸੇ ਮਗਰੋਂ ਸਥਾਨਕ ਲੋਕਾਂ ਤੇ ਮੌਕੇ ਤੇ ਪੁੱਜੀ ਪੁਲਿਸ ਨੇ ਜ਼ਖਮੀ ਹੋਏ ਬੱਚਿਆਂ ਨੂੰ ਤੁਰੰਤ ਹਸਪਤਾਲ ਪਹੁੰਚਾਇਆ। ਜਦੋਂ ਇਸ ਬਾਰੇ ਬੱਸ ਚਾਲਕ ਨਾਲ ਗੱਲ ਕੀਤੀ ਗਈ ਤਾਂ ਉਸਨੇ ਕਿਹਾ ਕਿ ਸਕੂਟਰ ਸਵਾਰ ਨੂੰ ਬਚਾਉਣ ਦੇ ਚੱਕਰ 'ਚ ਹਾਦਸਾ ਵਾਪਰਿਆ। ਫਿਲਹਾਲ ਇਸ ਘਟਨਾ ਤੋਂ ਬਾਅਦ ਬੱਚਿਆਂ ਦੇ ਮਾਪਿਆਂ 'ਚ ਸਹਿਮ ਦਾ ਮਾਹੌਲ ਪਾਇਆ ਜਾ ਰਿਹਾ ਹੈ। ਪੰਜਾਬ ਵਿੱਚ ਨਸ਼ਿਆਂ ਦੀ ਸਮੱਸਿਆ ਨੂੰ ਲੈ ਕੇ ਸਰਕਾਰ ਲਗਾਤਾਰ ਐਕਸ਼ਨ 'ਚ ਨਜ਼ਰ ਆ ਰਹੀ ਹੈ। ਇਸ ਦੇ ਮੱਦੇਨਜ਼ਰ ਆਮ ਆਦਮੀ ਪਾਰਟੀ ਦੇ ਬੁਲਾਰੇ ਮਾਲਵਿੰਦਰ ਸਿੰਘ ਕੰਗ ਨੇ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਦਾ ਧਿਆਨ ਹੁਣ ਪੰਜਾਬ ਪੁਲਿਸ ਦੇ ਥਾਣੇਦਾਰਾਂ ਤੇ ਹੈ। ਇਸ ਦੌਰਾਨ ਉਹਨਾਂ ਨੇ ਚੇਤਾਵਨੀ ਦਿੰਦਿਆਂ ਕਿਹਾ ਕਿ ਪਿਛਲੀਆਂ ਸਰਕਾਰਾਂ ਦੌਰਾਨ ਥਾਣੇਦਾਰਾਂ ਨੇ ਜੋ ਗਲਤ ਆਦਤਾਂ ਪਾਈਆਂ ਸਨ ਉਹ ਠੀਕ ਕਰ ਲਈਆਂ ਜਾਣ
ਦੱਸ ਦਈਏ ਕਿ ਕਈ ਵਿਧਾਇਕਾਂ ਵੱਲੋਂ ਪੰਜਾਬ ਪੁਲਿਸ ਦੇ ਥਾਣੇਦਾਰਾਂ ਖਿਲਾਫ ਮੁੱਖ ਮੰਤਰੀ ਮਾਨ ਨੂੰ ਸ਼ਿਕਾਇਤਾਂ ਦਿੱਤੀਆਂ ਗਈਆਂ, ਜਿਸ ਦੇ ਮੱਦੇਨਜ਼ਰ ਸੂਬੇ ਦੇ ਥਾਣਿਆਂ ਤੇ ਮੁੱਖ ਮੰਤਰੀ ਮਾਨ ਵੱਲੋਂ ਤਿੱਖੀ ਨਜ਼ਰ ਰੱਖੀ ਜਾ ਰਹੀ ਹੈ। ਵਿਧਾਇਕਾਂ ਦੀਆਂ ਸ਼ਿਕਾਇਤਾਂ ਦੇ ਆਧਾਰ ਤੇ ਦਾਅਵਾ ਕੀਤਾ ਜਾ ਰਿਹਾ ਕਿ ਆਮ ਆਦਮੀ ਪਾਰਟੀ ਜਲਦ ਹੀ ਥਾਣੇਦਾਰਾਂ ਖਿਲਾਫ ਕਾਰਵਾਈ ਕਰੇਗੀ। ਜਾਣਕਾਰੀ ਅਨੁਸਾਰ ਵਿਧਾਇਕਾਂ ਨੇ ਸ਼ਿਕਾਇਤ ਦਿੰਦਿਆਂ ਕਿਹਾ ਕਿ ਥਾਣੇਦਾਰਾਂ ਵੱਲੋਂ ਕਿਸੇ ਵੀ ਤਰ੍ਹਾਂ ਦਾ ਸਹਿਯੋਗ ਨਹੀਂ ਦਿੱਤਾ ਜਾ ਰਿਹਾ, ਚਾਹੇ ਉਹ ਕਿਸੇ ਵੀ ਮਕਸਦ ਨਾਲ ਕਿਉਂ ਨਾ ਹੋਵੇ। ਉਹ ਬਿਲਕੁਲ ਮੁਸਤੈਦੀ ਨਾਲ ਕੰਮ ਨਹੀਂ ਕਰ ਰਹੇ। ਕਈ ਥਾਣੇਦਾਰਾਂ ਖਿਲਾਫ ਨਸ਼ਾ ਵੇਚਣ ਵਾਲਿਆਂ ਦੀ ਹਮਾਇਤ ਕਰਨ ਦੀਆਂ ਸ਼ਿਕਾਇਤਾਂ ਵੀ ਮਾਨ ਦਰਬਾਰ ਵਿੱਚ ਪਹੁੰਚ ਚੁੱਕੀਆਂ ਨੇ। ਵਿਧਾਇਕਾਂ ਅਨੁਸਾਰ ਥਾਣੇਦਾਰਾਂ ਵੱਲੋਂ ਕੋਈ ਸਹਿਯੋਗ ਨਹੀਂ ਮਿਲ ਰਿਹਾ। ਦੱਸ ਦਈਏ ਕਿ ਬੀਤੇ ਦਿਨੀ ਪੰਜਾਬ ਸਰਕਾਰ ਵੱਲੋਂ ਉੱਚ ਪੱਧਰੀ ਅਧਿਕਾਰੀਆਂ ਤੇ ਮੁਲਾਜ਼ਮਾਂ ਦੇ ਤਬਾਦਲੇ ਵੀ ਕੀਤੇ ਗਏ ਨੇ। ਇਹ ਸਨ ਹੁਣ ਤੱਕ ਦੀਆਂ ਖਬਰਾਂ। ਮੈਨੂੰ ਵਰੁਣ ਕੌਰ ਮਾਨ ਨੂੰ ਦਿਓ ਆਗਿਆ। ਹੋਰ ਖਬਰਾਂ ਦੇ ਲਈ ਸਾਡਾ YouTube ਚੈਨਲ ਪੰਜਾਬ ਮੇਲ ਯੂਨੀਵਰਸਿਟੀ ਵੀ ਜ਼ਰੂਰ ਸਬਸਕ੍ਰਾਈਬ ਕਰੋ। ਸਤਿ ਸ਼੍ਰੀ ਅਕਾਲ।